The following message has been brought to you through the ministry of Emmanuel Church, Handsworth, Birmingham, UK. Now, this evening, what I want to deal with is fear. Fear. ਇੱਕ ਗੱਲ ਜਿਹੜੀ ਅੱਜ ਸ਼ਾਮੀ ਦੇਖਣੀ ਹੈਗੀ ਆ ਉਹ ਜਿਹੜਾ ਕਿ ਡਰ। Now, let me just say before I begin, you cannot deal with every aspect of fear in one sermon. ਇੱਕ ਪ੍ਰਚਾਰ ਦੇ ਵਿੱਚ ਜਿਹੜਾ ਡਰ ਹੈਗਾ ਆ ਡਰ ਦੇ ਵਿੱਚ ਤੁਸੀਂ ਸਭ ਕੁਝ ਨਹੀਂ ਸਮਝਾ ਸਕਦੇ। There are so many different categories of fear. This is an expansive subject, so I'm going to just deal with it in very general terms. ਜਿਹੜਾ ਡਰ ਹੈਗਾ ਆ ਇਹ ਬਹੁਤ ਭੇਦਾਂ ਦੇ ਵਿੱਚ ਆਉਂਦਾ ਹੈਗਾ ਆ ਪਰ ਇੱਕ ਗੱਲ ਦੇ ਵਿੱਚ ਤੁਹਾਨੂੰ ਆਸਾਨੀ ਦੇ ਨਾਲ ਸਮਝਾਵਾਂਗਾ। What is fear? ਡਰ ਕੀ ਹੈ? Fear is an emotional response ਡਰ ਉਹ ਆ ਕਿ ਇੱਕ ਜਿਹੜਾ ਕਿ ਦਿਲੋਂ ਜਜ਼ਬਾਤ ਹੁੰਦਾ ਇੱਕ that comes on us ਜਿਹੜਾ ਸਾਡੇ ਉੱਤੇ ਆਉਂਦਾ when we feel threatened ਜਿਸ ਵੇਲੇ ਸਾਨੂੰ ਕਿਸੇ ਚੀਜ਼ ਤੋਂ ਖਤਰਾ ਹੁੰਦਾ by some calamity or disaster or something else or some event. ਖਤਰਾ ਹੁੰਦਾ ਕਿ ਸਾਡੇ ਦੇ ਨਾਲ ਕੋਈ ਬੁਰਾ ਸਲੂਕ ਹੋ ਜਾਣਾ। So first, let's dive straight into this. ਤੇ ਅਸੀਂ ਸਿੱਧਾ ਹੀ ਇਹਦੇ 'ਚ ਜਾਵਾਂਗੇ। Let's have a look at the different levels of fear. ਫਰਕ ਜਿਹੜੇ ਡਰ ਹਨ ਅਸੀਂ ਉਹਨਾਂ ਨੂੰ ਦੇਖਾਂਗੇ। There can be different levels of fear. ਦਰਜੇ ਵੀ ਡਰ ਦੇ ਜਿਹੜੇ ਹੈਗੇ ਆ ਉਹ ਫਰਕ ਹੈ। Firstly, there could be a mild form of fear. ਇਹ ਪਹਿਲੀ ਗੱਲ ਹੈਗੀ ਆ ਕਿ ਇਹ ਵੀ ਹੋ ਸਕਦਾ ਕਿ ਥੋੜਾ ਜਿਹਾ ਡਰ ਹੋਵੇ। So let me give you an example of this. ਮਿਸਾਲ ਦੇ ਤੌਰ ਤੇ So you're at work, you may not particularly get on with your boss, you're in fear of them. ਤੁਸੀਂ ਕੰਮ ਤੇ ਹੋ ਜਿਹੜਾ ਤੁਹਾਡਾ ਮਾਲਕ ਹੈਗਾ ਜਾਂ ਮੈਨੇਜਰ ਹੈਗਾ ਤੁਸੀਂ ਉਹ ਤੋਂ ਥੋੜਾ ਜਿਹਾ ਡਰਦੇ ਹੋ। Your fear of them makes you work hard when the boss is around. ਜਿਸ ਵੇਲੇ ਮਾਲਕ ਉੱਤੇ ਹਾਜ਼ਰ ਹੁੰਦਾ ਤੇ ਤੁਸੀਂ ਉਹਦੇ ਡਰ ਦੇ ਕਾਰਨ ਜ਼ਿਆਦਾ ਮਿਹਨਤ ਕਰਦੇ ਹੋ ਕੰਮ ਕਰਦੇ ਹੋ। But this form of fear doesn't stop you from talking to them or from being in their presence. ਇਹੋ ਜਿਹਾ ਡਰ ਜਿਹੜਾ ਹੈ ਤੁਹਾਨੂੰ ਇਸ ਗੱਲ ਤੋਂ ਨਹੀਂ ਰੋਕਦਾ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਨਹੀਂ ਸਕਦੇ ਹੈਗੇ ਤੁਸੀਂ ਗੱਲਬਾਤ ਵੀ ਕਰ ਸਕਦੇ ਆ। It's a mild form of fear. ਇਹ ਛੋਟਾ ਜਿਹਾ ਡਰ ਹੈ। And sometimes it can be quite positive. ਤੇ ਇਹ ਅਸਲੀ ਵੀ ਹੋ ਸਕਦਾ। But there's a fear. You fear in being called into the office to be told off and so on. ਇਹ ਵੀ ਡਰ ਹੁੰਦਾ ਹੈਗਾ ਕਿ ਮਾਲਕ ਮੈਨੂੰ ਅਫਸਰ ਦੇ ਵਿੱਚ ਦਫ਼ਤਰ ਦੇ ਵਿੱਚ ਸੱਦ ਕੇ ਤੇ ਮੈਨੂੰ ਝਿੜਕੇ ਨਾ। But then there's a second level of fear. ਇੱਕ ਹੋਰ ਅਹੁਦਾ ਹੈਗਾ ਜਿਹੜਾ ਡਰ ਦਾ। This is abnormal fear. ਇਹ ਡਰ ਜਿਹੜਾ ਹੈਗਾ ਆ ਇਹ ਐਵੇਂ ਆ ਜਾਂਦਾ ਕਿ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਦਾ। Which often can lead to phobia or paranoid behavior. ਇਹ ਜਿਹੜਾ ਡਰ ਹੈਗਾ ਇਹਦੇ ਵਿੱਚ ਸਾਨੂੰ ਅਸਰ ਹੋ ਜਾਂਦਾ ਬੁਰਾ ਕਿ ਜੇ ਤੋਂ ਅਸੀਂ ਬਾਹਰ ਜਾਣ ਤੋਂ ਵੀ ਡਰ ਜਾਂਦੇ ਆ ਇਹੋ ਜਿਹਾ ਅਸਰ ਹੋ ਜਾਂਦਾ। Abnormal behavior that goes beyond a mild form of fear. ਇਹ ਜਿਹੜਾ ਡਰ ਹੈਗਾ ਆ ਇਹ ਹੱਦ ਟੱਪ ਡਰ ਹੈ। So take that illustration of the boss again. ਤੇ ਮਾਲਕ ਦੀ ਮਿਸਾਲ ਜਿਹੜੀ ਆ ਉਹ ਫੇਰ ਲਓ। In this case you have a fear of the boss. ਜਿਹੜਾ ਮਾਲਕ ਦਾ ਡਰ ਹੈ and that fear leads you to worry. It produces anxiety. ਇਹ ਜਿਹੜਾ ਡਰ ਹੈਗਾ ਆ ਇਹਦੇ ਦੁਆਰਾ ਇਸ ਡਰ ਦੇ ਦੁਆਰਾ ਤੁਸੀਂ ਫਿਕਰ ਚਿੰਤਾ ਕਰਨ ਲੱਗ ਪੈਂਦੇ ਕਿ ਮਾਲਕ ਨੇ ਖਰਿਆ ਕੀ ਕਰ ਦੇਣਾ। It could mean that you are so full of fear that you're frightened to even go to work. ਤੇ ਤੁਹਾਨੂੰ ਇੰਨਾ ਡਰ ਰਹੇ ਕਿ ਜਕੜ ਲੈਂਦਾ ਹੈਗਾ ਕਿ ਤੁਸੀਂ ਕੰਮ ਤੇ ਜਾਣ ਤੋਂ ਵੀ ਡਰਦੇ ਆ। This form of fear can give us a persecution complex. ਇਹੋ ਜਿਹਾ ਹੈਗਾ ਕਿ ਹਾਂ ਕਿ ਹਾਏ ਮੇਰੇ ਦੇ ਨਾਲ ਕੀ ਹੋ ਜਾਣਾ। You think everybody's talking about you when they may not be. ਹੋ ਸਕਦਾ ਕਿ ਤੁਹਾਡੇ ਮਨ 'ਚ ਇਹੋ ਜਿਹਾ ਡਰ ਪੈ ਜਾਵੇ ਕਿ ਹਾਂ ਕਿ ਜਿਸ ਸੋਚਦੇ ਹੋ ਕਿ ਲੋਕੀ ਮੇਰੇ ਬਾਰੇ ਗੱਲਾਂ ਕਰਦੇ ਹੈਗੇ ਆ ਖਰਾ ਕੀ ਕਹਿੰਦੇ ਭਾਵੇਂ ਨਾ ਵੀ ਕਰਦੇ ਹੋ। Unnecessarily worry about things. ਬਿਨਾਂ ਗੱਲ ਤੋਂ ਤੁਸੀਂ ਫਿਕਰ ਚਿੰਤਾ ਕਰਦੇ ਆ। And it prevents us from leading a normal life. ਇਸ ਡਰ ਦੇ ਕਾਰਨ ਅਸੀਂ ਜੀਵਨ ਗੁਜ਼ਾਰਦੇ ਹੈਗੇ ਆ ਜਿਸ ਤਰ੍ਹਾਂ ਗੁਜ਼ਾਰਨਾ ਚਾਹੀਦਾ ਉਸ ਤਰ੍ਹਾਂ ਨਹੀਂ ਗੁਜ਼ਾਰਦੇ। Because we are governed by fear. ਕਿਉਂਕਿ ਅਸੀਂ ਡਰ ਦੇ ਦੁਆਰਾ ਚਲਾਏ ਜਾਂਦੇ ਹਾਂ। So let's translate this to the Christian realm. ਵਿਸ਼ਵਾਸੀਆਂ ਦੇ ਉੱਤੇ ਜਿਹੜੇ ਲਾਉਂਦੇ ਆ ਕਿ ਇਹ ਜਿਹੜੇ ਡਰ ਹੈਗੇ ਆ ਉਹਨਾਂ ਦਾ ਕਿਸੇ ਅਸਰ ਹੁੰਦਾ। This form of fear, this phobia, this paranoid behavior, ਇਹ ਜਿਹੜਾ ਡਰ ਹੈਗਾ ਆ ਜਿਹੜਾ ਕਿ ਹੱਦ ਟੱਪ ਜਾਂਦਾ can disable us from being obedient to God. ਇਹ ਜਿਹੜਾ ਡਰ ਹੈਗਾ ਇੰਨੀ ਹੱਦ ਅਸੀਂ ਟੱਪ ਜਾਂਦੇ ਆ ਡਰ ਦੇ ਵਿੱਚ ਫਸ ਜਾਂਦੇ ਆ ਕਿ ਅਸੀਂ ਪਰਮੇਸ਼ਰ ਦੇ ਅਣਆਗਿਆਕਾਰੀ ਹੋ ਜਾਂਦੇ ਆ। So there is someone we feel we must witness to or should witness to. ਕਈ ਹੁੰਦਾ ਕਿ ਹਾਂ ਕਿ ਸਾਡੇ ਕੋਲ ਹੈਗਾ ਜਿਹਦੇ ਕੋਲ ਅਸੀਂ ਜਾ ਕੇ ਸਾਖੀ ਦੇ ਸਕਦੇ ਹਾਂ ਪ੍ਰਭੂ ਦੇ ਬਾਰੇ। But this fear is so overwhelming. ਪਰ ਇਹ ਜਿਹੜਾ ਡਰ ਹੈਗਾ ਆ ਡਰ ਨੇ ਮੈਨੂੰ ਜਕੜਿਆ ਹੋਗਾ ਇਸ ਡਰ ਦੇ ਕਰਕੇ ਮੈਂ ਜਾ ਨਹੀਂ ਸਕਦਾ। That we never open our mouths and
speak and share the gospel. ਇੰਨਾ ਡਰ ਨੇ ਸਾਨੂੰ ਜਕੜਿਆ ਹੁੰਦਾ ਕਿ ਜਾ ਕੇ ਉਸ ਇਨਸਾਨ ਦੇ ਕੋਲ ਅਸੀਂ ਆਪਣਾ ਮੂੰਹ ਵੀ ਖੋਲ੍ਹਣਾ ਤੋਂ ਬੰਦ ਕਰ ਲੈਂਦੇ ਹਾਂ। We may have certain gifts and abilities. ਹੋ ਸਕਦਾ ਕਿ ਸਾਡੇ ਕੋਲ ਵਰਦਾਨ ਹੋਣ, ਲਿਆਕਤ ਹੋਵੇ ਕਿ ਅਸੀਂ ਕਰ ਸਕਦੇ ਹਾਂ। But the sheer fear of failure prevents us from using our gifts and abilities for the Lord's ਜੋ ਸਾਡੇ service. ਕੋਲ ਵਰਦਾਨ ਦਿੱਤਾ ਹੋਇਆ ਹੈ, ਜੋ ਕਾਬਲੀਅਤ ਸਾਨੂੰ ਦਿੱਤੀ ਹੋਈ ਹੈ, ਜਿਉਂ ਕਿ ਸਾਨੂੰ ਇਹ ਡਰ ਨੇ ਜਕੜਿਆ ਹੋਏਗਾ, ਇਸ ਕਰਕੇ ਅਸੀਂ ਕਦਮ ਨਹੀਂ ਚੱਕਦੇ ਜਾ ਕੇ ਕਿਸੇ ਨੂੰ ਸਾਖੀ ਦਈਏ। Fear of responsibility, the fear of service, the fear of doing things, the fear of failure. ਹਾਂ ਕਿ ਇਸ ਗੱਲ ਤੋਂ ਡਰਦੇ ਹਾਂ ਕਿ ਹਾਂ ਕਿ ਮੈਂ ਇਸ ਕੰਮ ਦੇ ਵਿੱਚ, ਇਸ ਜ਼ਿੰਮੇਵਾਰੀ ਤੋਂ, ਇਸ ਕੰਮ ਤੋਂ, ਉਸ ਕੰਮ ਤੋਂ ਡਰ ਜਾਣਾ, ਮੈਂ ਹਾਰ ਜਾਣਾ, ਮੈਂ ਨਿਕੰਮਾ ਨਿਕਲਣਾ। And we end up doing nothing because of fear. ਇਹ ਡਰ ਦੇ ਕਾਰਨ ਅਸੀਂ ਬਿਲਕੁਲ ਵਿਅਰਥ ਹੋ ਜਾਂਦੇ ਹਾਂ। There was a farmer ਇੱਕ ਕਿਸਾਨ ਸੀ, and he was sitting on the porch of his property, ਆਪਣੀ ਜਾਇਦਾਦ ਦੇ ਆਪਣੀ ਜਗ੍ਹਾ ਦੇ ਉੱਤੇ ਦਲਾਨ 'ਚ ਬੈਠਾ ਸੀ and a friend just happened to pop by. ਤੇ ਇੱਕ ਉਹਦਾ ਮਿੱਤਰ ਦੋਸਤ ਉਹਦੇ ਕੋਲ ਆਇਆ। And the friend said, ਉਹ ਮਿੱਤਰ ਨੇ ਆ ਕੇ ਉਹਨੂੰ ਆਖਿਆ, how's your wheat growing this year? ਤੇਰੀ ਕਣਕ ਕਿਸ ਤਰ੍ਹਾਂ ਉਗ ਰਹੀ ਆ? The farmer said, I haven't planted any ਤੇ ਉਹ ਕਿਸਾਨ ਨੇ ਜਵਾਬ ਦਿੱਤਾ, ਮੈਂ ਤਾਂ ਕਣਕ ਬੀਜੀ ਨਹੀਂ, because I was fearful that the wheat would get a disease. ਮੈਂ ਇਸ ਕਰਕੇ ਨਹੀਂ ਕਣਕ ਨੂੰ ਬੀਜਿਆ ਕਿਉਂਕਿ ਮੈਨੂੰ ਡਰ ਸੀਗਾ ਕਿ ਮੈਂ ਉਹਨੂੰ ਘਾਉਣ ਲੱਗ ਜਾਣਾ, And therefore I will be ruined. ਇਸ ਕਰਕੇ ਮੇਰੀ ਬਰਬਾਦੀ ਹੋ ਜਾਣੀ। Then he said, how's your corn getting on? ਹੁਣ ਕਹਿੰਦੇ ਜਿਹੜੀ ਤੇਰੀ ਛੱਲੀਆਂ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਉਗ ਰਹੀਆਂ? The farmer said, I haven't planted any this year ਤੇ ਉਹਨੇ ਕਿਹਾ ਕਿ ਮੈਂ ਛੱਲੀਆਂ ਵੀ ਨਹੀਂ ਬੀਜੀਆਂ because I'm afraid that the crows will end up eating all of it. ਤੇ ਮੈਂ ਇਸ ਗੱਲ ਕਰਕੇ ਨਹੀਂ ਵੇਚੀਆਂ ਕਿਉਂਕਿ ਮੈਨੂੰ ਡਰ ਸੀਗਾ ਕਿ ਕਾਵਾਂ ਨੇ ਆ ਕੇ ਸਾਰੇ ਚੁਗ ਜਾਣੀਆਂ, And financially I'll be ruined. ਪੈਸੇ ਦੇ ਤੌਰ ਤੇ ਮੈਨੂੰ ਬਹੁਤ ਨੁਕਸਾਨ ਹੋਣਾ। Then he said, how is your potato crop? ਉਹਨੇ ਕਿਹਾ ਕਿ ਤੇਰੇ ਆਲੂ ਹੈਗੇ ਆ ਜਿਹੜੇ ਬੀਜੇ ਹੈਗੇ ਆ ਉਹ ਕਿਸ ਤਰ੍ਹਾਂ? The farmer said, oh, the potatoes. ਉਹ ਜਿਹੜੇ ਆਲੂ, He said, I was going to plant some, ਉਹ ਕਹਿੰਦਾ ਮੈਂ ਸੋਚਿਆ ਸੀਗਾ ਉਹ ਬੀਜਾਂ, but I was scared of the potato bug. ਉਹਨੇ ਸੋਚਿਆ ਕਿ ਜਿਹੜੇ ਆਲੂ ਬੀਜੇ ਮੈਂ ਬੀਜਦਾ ਤੇ ਉਹਨਾਂ ਨੇ ਵੀ ਸੜ ਜਾਣਾ ਸੀਗਾ, ਉਹਨਾਂ ਨੂੰ ਵੀ ਕੀੜੇ ਲੱਗ ਜਾਣੇ That ਸੀ, they will be poisoned and it'll ruin me financially. ਉਹ ਜ਼ਹਿਰੀਲੇ ਹੋ ਜਾਣੇ ਸੀਗੇ, ਇਸ ਕਰਕੇ ਜਿਹੜਾ ਪੈਸਾ ਉੱਤੇ ਖਰਚਣਾ ਸੀ ਪੈਸੇ ਦਾ ਬਰਬਾਦੀ And ਹੋਣੀ his ਸੀ। friend said, well, what did you plant this year? ਤੇ ਉਸ ਮਿੱਤਰ ਨੇ ਉਹਨੂੰ ਆਖਰ ਦੇ ਵਿੱਚ ਪੁੱਛਿਆ ਕਿ ਇਸ ਸਾਲ ਤੂੰ ਕੀ ਬੀਜਿਆ? The farmer said, I planted nothing. I thought I would play it safe this year. ਉਸ ਕਿਸਾਨ ਨੇ ਜਵਾਬ ਦਿੱਤਾ ਕਿ ਇਸ ਸਾਲ ਤਾਂ ਮੈਂ ਕੁਝ ਬੀਜਿਆ ਨਹੀਂ ਹੈਗਾ ਕਿ ਮੈਂ ਉਹਦੇ ਨਾਲ ਜਿਹੜੀ ਬਰਬਾਦੀ ਆਉਣੀ ਹੈਗੀ ਹੈ ਉਹਦੇ ਨਾਲ ਚਲਾਕੀ ਕਰਕੇ ਮੈਂ ਇਸ ਕਰਕੇ ਕੁਝ ਨਹੀਂ ਬੀਜਿਆ, Can ਮੈਂ you see ਹੁਸ਼ਿਆਰ ਬਣਿਆ। fear? ਕਿ ਦੇਖਦੇ ਆ ਕਿ ਡਰ ਜਿਹੜਾ ਹੈਗਾ Sometimes as Christians, ਵਿਸ਼ਵਾਸੀ ਹੁੰਦੇ ਹੋਏ ਵੀ we decide to play it safe ਅਸੀਂ ਕਹਿੰਦੇ ਆ ਕਿ ਹਾਂ ਕਿ ਅਸੀਂ ਬਚ ਕੇ ਰਹੀਏ, because of our fears, ਡਰ ਦੇ ਕਾਰਨ ਅਸੀਂ ਕਹਿੰਦੇ ਆ ਕਿ ਅਸੀਂ ਬਚ ਕੇ ਰਹੀਏ, and we end up doing nothing ਫਿਰ ਆਖਰ ਦੇ ਵਿੱਚ ਕੀ ਹੁੰਦਾ, ਅਸੀਂ ਕੁਝ ਵੀ ਨਹੀਂ ਕਰਦੇ। because we fear being embarrassed. ਹੋ ਸਕਦਾ ਕਿ ਹਾਂ ਕਿ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਹਾਂ ਕਿ ਅਸੀਂ ਸ਼ਰਮਿੰਦੇ ਲੋਕਾਂ ਦੇ ਸਾਹਮਣੇ We ਹੋਣਾ, fear being unpopular. ਹੋ ਸਕਦਾ ਕਿ ਸਾਨੂੰ ਕੋਈ ਪਸੰਦ ਨਾ ਕਰੇ, We fear our reputation will go. ਹੋ ਸਕਦਾ ਕਿ ਸਾਡਾ ਨਾਮ ਬਰਬਾਦ ਹੋ ਜਾਵੇ। Proverbs 29 verse 25. 25 Proverbs 29 verse 25 says, the ਕਹੋ ਤਾਂ fear of 29, man 25 brings a snare. ਮਨੁੱਖ ਦਾ ਜਿਹੜਾ ਡਰ ਹੈ ਉਹ ਡਰ ਜਿਹੜਾ ਆ ਉਹ ਤੁਹਾਡੇ ਅੱਗੇ ਜਾਲ ਵਿਛਾਉਂਦਾ। The fear of man is a hindrance, it's a trap ਮਨੁੱਖ ਦਾ ਜਿਹੜਾ ਡਰ ਹੈ ਉਹਦੇ ਲਈ ਇੱਕ ਰੁਕਾਵਟ ਬਣਦੀ ਆ, ਉਹਦੇ ਲਈ ਇੱਕ ਜਾਲ ਬਣਦਾ that catches us ਜਿਹੜਾ ਸਾਨੂੰ ਫਸਾ ਲੈਂਦਾ and prevents us from being effective in God's service. ਪਰਮੇਸ਼ਰ ਦੀ ਸੇਵਾ ਦੇ ਵਿੱਚ, ਜਿਸ ਤੋਂ ਰੁਕਾਵਟ ਪੈਂਦੀ ਆ ਕਿ ਅਸੀਂ ਨਾਕਾਮਯਾਬ ਹੋਈਏ। And often it can lead to what I call Christian schizophrenia. ਜਿਹੜੇ ਲੋਕੀ ਜਿਹੜੇ ਡਰ ਕੇ ਨਾਲ ਕੁਝ ਕਰਦੇ ਨਹੀਂ ਕਿ ਪਿੱਛੇ ਬਹਿ ਕੇ ਬਹਿ ਜਾਂਦੇ। So, we can live a double Christian life. ਇਹਦਾ ਮਤਲਬ ਹੈ ਕਿ ਇਹ ਦੋਗਲਾ ਜੀਵਨ ਗੁਜ਼ਾਰਦੇ We ਹਾਂ, live in two worlds. ਦੋ ਦੁਨੀਆ ਦੇ ਵਿੱਚ ਰਹਿੰਦੇ ਹਾਂ। We are one thing amongst Christians, ਵਿਸ਼ਵਾਸੀਆਂ ਦੇ ਵਿੱਚ ਤਾਂ ਅਸੀਂ ਹੋਰ ਤਰੀਕੇ ਦੇ ਨਾਲ ਸਲੂਕ ਕਰਦੇ ਹਾਂ, and then when we're not with Christians, ਜਿਸ ਵੇਲੇ ਅਸੀਂ ਵਿਸ਼ਵਾਸੀਆਂ ਦੇ ਨਾਲ ਨਹੀਂ ਹੁੰਦੇ we are completely different because we are fearful to talk about our faith. ਤੇ ਦੂਸਰੇ ਲੋਕਾਂ ਦੇ ਵਿੱਚ ਜਿਸ ਵੇਲੇ ਹੁੰਦੇ ਆ ਅਸੀਂ ਡਰ ਦੇ ਨਾਲ ਜਕੇ ਹੁੰਦੇ ਆ, ਫਰ ਤਰੀਕੇ ਨਾਲ ਸਲੂਕ ਕਰਦੇ ਆ ਕਿਉਂਕਿ ਅਸੀਂ ਡਰ ਦੇ ਕਰਕੇ ਅਸੀਂ ਪ੍ਰਭੂ ਦੀ ਅਗਵਾਈ And we ਨਹੀਂ ਦਿੰਦੇ behave differently, we hide our faith. ਤੇ ਅਸੀਂ ਉਹਨਾਂ ਦੇ ਨਾਲ ਫਰਕ ਸਲੂਕ ਕਰਦੇ ਹੈਗੇ ਆ ਕਿ ਅਸੀਂ ਆਪਣਾ ਜਿਹੜਾ ਵਿਸ਼ਵਾਸ ਆ ਜਾਂ ਕਿ ਆਪਣਾ ਮੂੰਹ ਆ ਲੁਕੋ ਲੈਂਦੇ ਆ। This second level of fear ਇਹ ਜਿਹੜੀ ਦੂਸਰੀ ਗੱਲ ਹੈਗੀ ਆ ਡਰਨ ਦੀ ਜਿਹੜੀ ਕਿ ਹੱਦ ਟੱਪ ਬਾਹਰ ਆ, can lead to phobias, ਇਹਦੇ ਨਾਲ ਅਸੀਂ ਉਹਦੇ ਵਿੱਚ ਜਕੜ ਜਾਂਦੇ fear ਆ, of different things. ਬਹੁਤ
ਬਹੁਤ ਸਾਰੀਆਂ ਚੀਜ਼ਾਂ ਤੋਂ ਡਰਦੇ ਆ। I'm sure all the young girls here, you love spiders, don't you? You like spiders? ਲੜਕੀਆਂ ਸਪਾਈਡਰ ਪਸੰਦ ਕਰਦੀਆਂ, Not just the young girls, the older girls as well. ਜਿਹੜੀਆਂ ਔਰਤਾਂ ਆ ਉਹ ਵੀ ਸਪਾਈਡਰਾਂ ਤੋਂ ਡਰਦੀਆਂ। My wife, she loves spiders. ਗੀਤਾ ਵੀ ਪਸੰਦ ਕਰਦੀ ਆ, I ਡਰਦੀ just, ਜਾ ਕੇ every time ਬਹੁਤ there's ਆ। a spider in the house, I have to take it and get rid of it. When I hear a scream, I know it's a spider. ਗੀਤਾ ਵੀ ਸਪਾਈਡਰਾਂ ਤੋਂ ਬਹੁਤ ਡਰਦੀ ਹੈਗੀ ਐ, ਇਸ ਕਰਕੇ ਜਿਸ ਵੇਲੇ ਦਿਸਦਾ ਉਹਨੂੰ ਤੇ ਉਹ ਚੀਕਾਂ ਮਾਰਦੀ ਹੈ ਤਾਂ ਭਾਈ ਜੱਜੀ ਨੱਠ ਕੇ ਜਾਂਦਾ ਬਚਾਉਣ ਦੇ ਲਈ। With some, it's dogs. Some people are afraid of dogs. ਹਾਂ ਕਿ ਕਈ ਲੋਕੀ ਜਿਹੜੇ ਹੈਗੇ ਉਹ ਹਨੇਰੇ ਤੋਂ ਡਰਦੇ ਆ। I'm not too keen on dogs. I don't have anything against them, but I'm not Judge, fearful of dogs. But you know, some people are really fearful of dogs. ਬਹੁਤ ਸਾਰੇ ਲੋਕੀ ਹੈਗੇ ਕੁੱਤਿਆਂ ਤੋਂ ਡਰਦੇ। ਭਾਈ ਜੱਜੀ ਕਹਿੰਦਾ ਮੈਨੂੰ ਕੋਈ ਮੈਨੂੰ ਮੁਸ਼ਕਲ ਤਾਂ ਨਹੀਂ ਹੈਗੀ ਪਰ ਮੈਨੂੰ ਉਹਨੂੰ ਪਸੰਦ ਨਹੀਂ ਕਰਦਾ। For others, it's mice or certainly rats. ਜਿਹੜੇ ਚੂਹੇ ਹੈਗੇ ਆ ਜਾਂ ਛੋਟੇ ਚੂਹੇ ਹੈਗੇ ਆ, ਵੱਡੇ ਚੂਹੇ ਹੈਗੇ ਆ, ਉਹਨਾਂ ਤੋਂ ਲੋਕੀ Or ਡਰਦੇ। worms. ਜਾ ਕੇ ਕੀੜੇ ਜਿਹੜੇ ਫਿਰਦੇ ਆ, Or fear of the dark. ਹਨੇਰੇ ਤੋਂ ਡਰਦੇ ਆ। Fear of the future. ਆਉਣ ਵਾਲਾ ਸਮਾਂ ਜਿਹੜਾ ਉਹ ਤੋਂ ਡਰਦੇ ਆ। Fear of going out. ਬਾਹਰ ਜਾਣ ਤੋਂ ਡਰਦੇ ਆ। We are so gripped with fear when it comes to COVID-19. ਜਿਸ ਵੇਲੇ ਆਹ ਜਿਹੜੀ ਬਿਮਾਰੀ ਫੈਲ ਰਹੀ ਹੋਈ ਹੈਗੀ ਹੈ ਤੋਂ ਬਾਹਰ ਜਾਣ ਤੋਂ ਅਸੀਂ ਘਰੋਂ ਡਰਦੇ There's ਆ। the fear of closed places, enclosed spaces, sorry. ਕਈ ਜਗ੍ਹਾ ਹੈਗੀਆਂ ਜਿਹੜੀਆਂ ਕਿ ਜਿੱਥੇ ਹੈ ਨਾ ਅੰਦਰ ਵੜਦਿਆਂ ਨੂੰ ਜਿੱਦਾਂ ਕਹਿੰਦੇ ਕਿ ਸਾਹ ਘੁੱਟ ਹੁੰਦਾ, ਉੱਥੇ ਜਾਣ ਤੋਂ ਡਰਦੇ Fear ਆ। of heights. ਜੇ ਕੋਈ ਉਚਾਈ ਤੋਂ ਡਰਦਾ। Acrophobia, these things have got fancy names. ਤੇ ਐਗਰਾਫੋਬੀਆ ਹੈਗਾ ਜਿਹੜੇ ਘਰ ਦੇ ਵਿੱਚ ਚਾਰ ਦੀਵਾਰਾਂ ਦੇ ਵਿੱਚ ਹੀ ਰਹਿਣਾ ਚਾਹੁੰਦਾ, ਬਾਹਰ ਨਹੀਂ ਜਾਣਾ Fear ਚਾਹੁੰਦਾ। of flying, fear of being alone, autophobia. ਤੇ ਕਈ ਕਹਿੰਦੇ ਹੈਗੇ ਆ ਕਿ ਅਸੀਂ ਜਹਾਜ਼ ਦੇ ਵਿੱਚ ਜਾਣਾ ਪਸੰਦ ਨਹੀਂ ਕਰਦੇ, ਬਹੁਤ ਡਰ ਲੱਗਦਾ ਹੈਗਾ ਕਿ ਘਰੋਂ ਬਾਹਰ ਨਿਕਲ ਕੇ ਜਾਣਾ ਨਹੀਂ ਜਾਂਦਾ, ਕਿਸੇ ਗੱਡੀ 'ਚ ਬੈਠਣ ਤੋਂ ਡਰ ਲੱਗਦਾ। Fear of insects or dentists. ਜਿਹੜੇ ਡੈਂਟਿਸਟ ਹੈਗੇ ਆ, ਜਿਹੜੇ ਦੰਦਾਂ ਦੇ ਡਾਕਟਰ ਹੈਗੇ ਆ, ਉੱਥੇ ਜਾਣ ਤੋਂ ਡਰ ਲੱਗਦਾ। Or germs. ਜਿਹੜੇ ਕਿ ਜਰਮਸ ਹੈਗੇ ਆ। I mean, the list just goes on and on and on. ਇਹ ਜਿਹਨਾਂ ਚੀਜ਼ਾਂ ਤੋਂ ਡਰ ਹੈਗਾ ਆ, ਲਿਸਟ ਜਿਹੜੀ ਹੈਗੀ ਆ ਬਹੁਤ ਲੰਬੀ ਹੈ। And these fears you'll find ਤੁਹਾਨੂੰ ਕੀ ਇਹਨਾਂ ਡਰਾਂ ਦਾ ਕੀ ਮਿਲੂਗਾ, ਤੁਹਾਨੂੰ ਪਤਾ sometimes ਲੱਗੂ। occur because of bad experiences that we've had in the past. ਹੋ ਸਕਦਾ ਕਿ ਸਾਡਾ ਕੋਈ ਤਜਰਬਾ ਇਹੋ ਜਿਹਾ ਹੋਇਆ ਹੋਵੇ ਜਿਹਦੇ ਕਾਰਨ ਸਾਡੇ ਮਨ ਦੇ ਵਿੱਚ ਡਰ ਬਹਿ ਗਿਆ ਹੋਵੇ। Something's happened. ਕੁਛ ਹੋਇਆ Like with me. ਜਿਸ ਤਰ੍ਹਾਂ ਭਾਈ ਜੱਜੀ When ਨਾਲ I was ਹੋਇਆ। like between 13 and 16, I used to deliver newspapers. 13 ਤੋਂ 16 ਸਾਲ ਦੀ ਉਮਰ ਦੇ ਵਿਚਕਾਰ ਸੀਗਾ ਤੇ ਜਿਸ ਵੇਲੇ ਪੇਪਰ ਘਰਾਂ ਦੇ ਵਿੱਚ ਸੱਟਦਾ ਸੀ। And I used to go to one house. ਇੱਕ ਘਰ ਦੇ ਵਿੱਚ ਜਾਂਦਾ ਸੀ। And round that corner there was always a dog waiting for me. ਜਿਸ ਵੇਲੇ ਜਾਂਦਾ ਸੀਗਾ ਕਿਨਾਰੇ ਦੇ ਉੱਤੇ ਇੱਕ ਕੁੱਤਾ ਇਹਦਾ ਇੰਤਜ਼ਾਰ ਕਰਦਾ ਰਹਿੰਦਾ He ਸੀਗਾ। knew I was coming. ਉਹ ਜਾਣਦਾ ਸੀਗਾ ਕਿ ਜੱਜੀ ਆ ਰਿਹਾ। And I'd be on my bike. ਇਹ ਸਾਈਕਲ ਤੇ ਹੁੰਦਾ ਸੀ। And I thought, I got to get, this is like an obstacle course every morning. ਤੇ ਇਹ ਜਿਹੜੀ ਰੁਕਾਵਟ ਹੈਗੀ ਹੈ ਹਰ ਸਵੇਰ ਨੂੰ ਹੁੰਦੀ ਹੈ। And he'd chase me and run after me on my bike. ਭਾਈ ਜੱਜੀ ਬਾਈਕ ਸਾਈਕਲ ਦੇ ਵਿੱਚ ਹੁੰਦਾ ਸੀਗਾ ਤੇ ਗੁੱਤਾ ਇਹਦੇ ਪਿੱਛੇ ਨੱਠਦਾ So ਸੀਗਾ। you have these experiences and it gives you a fear of dogs. ਇਹੋ ਜਿਹੀ ਤਜਰਬੇ ਦੇ ਨਾਲ ਕੁੱਤਿਆਂ ਦੇ ਡਰ ਪੈ ਗਿਆ ਹੈਗਾ ਕਿ ਕਈਆਂ ਨੂੰ ਇਸ ਤਰ੍ਹਾਂ ਕੁੱਤਿਆਂ ਦਾ ਡਰ ਪੈਂਦਾ। Sometimes let's talk about these things that build up your fear. ਕਈ ਵਾਰੀ ਲੋਕੀ ਇਹੋ ਜਿਹੀਆਂ ਗੱਲਾਂ ਜਿਸ ਤਜਰਬਾ ਹੁੰਦਾ ਤੇ ਗੱਲਾਂ ਕਰਦੇ ਹੈਗੇ ਕਿ ਹੋ ਸਕਦਾ ਕਿ ਇਹਦੇ ਕਾਰਨ ਡਰ ਦੂਰ ਹੋ ਜਾਵੇ। Sometimes it's parents, the way they bring you up. ਕਈ ਵਾਰੀ ਮਾਪਿਓ ਜਿਹੜੇ ਹੈਗੇ ਜਿਸ ਵੇਲੇ ਬੱਚੇ ਦੀ ਪਰਵਰਿਸ਼ ਕਰਦੇ ਹੈਗੇ ਆ ਉਹ ਇਹੋ ਜਿਹੀਆਂ If ਗੱਲਾਂ you ਕਰਦੇ don't ਡਰ ਜਾਂਦੇ। listen to me, I'm going to put you in a dark room and then you have a fear of the dark. ਤੇ ਉਹ ਜਿਹੜੇ ਕਿਸ ਵੇਲੇ ਜਿਸ ਵੇਲੇ ਮਾਪਿਓ ਆਪਣੇ ਬੱਚੇ ਨੂੰ ਝਿੜਕਦੇ ਹੈਗੇ ਆ ਜੇ ਤੂੰ ਆ ਨਹੀਂ ਕੀਤਾ ਤਾਂ ਤੈਨੂੰ ਮੈਂ ਕਮਰੇ ਦੇ ਵਿੱਚ ਹਨੇਰੇ 'ਚ ਬੰਦ ਕਰ ਦੇਣਾ, ਫਿਰ ਤੈਨੂੰ ਉਹ ਹਨੇਰੇ ਦਾ And ਡਰ ਪੈ there are ਜਾਣਾ। horrible creatures in there. ਉੱਥੇ ਬਹੁਤ ਬੁਰੀਆਂ ਚੀਜ਼ਾਂ ਕੀੜੇ ਮਕੌੜੇ ਹੈਗੇ। Or if you don't behave, ਜੇ ਤੂੰ ਆਪਣੇ ਆਪ ਨੂੰ ਨਹੀਂ I'm going to get the neighbor's dog to come and bite you. ਮੈਂ ਗੁਆਂਢੀਆਂ ਦਾ ਕੁੱਤਾ ਲਿਆ ਕੇ ਤੇ ਤੇਰੇ ਅੱਗੇ ਛੱਡ ਦੇਣਾ ਕਿ ਤੈਨੂੰ ਉਹ ਵੱਢ ਵੇ। And this becomes an inbuilt fear in our system. ਇਹੋ ਜਿਹੀਆਂ ਮਾਪੇ ਜਿਸ ਵੇਲੇ ਬੱਚਿਆਂ ਨਾਲ ਗੱਲ ਕਰਦੇ ਆ ਉਹ ਬੱਚੇ ਦੇ ਮਨ ਦੇ ਵਿੱਚ ਗੱਲਾਂ ਬਹਿ ਜਾਂਦੀਆਂ ਤੇ ਡਰ ਬਹਿ ਜਾਂਦਾ। So there's a mild form of fear, there's abnormal fear. ਇੱਕ ਛੋਟਾ ਜਿਹਾ ਡਰ ਹੈਗਾ ਜਿਹੜਾ ਕਿ ਥੋੜਾ ਜਿਹਾ ਹੁੰਦਾ ਹੈਗਾ, ਇੱਕ ਉਹ ਡਰ ਹੁੰਦਾ ਜਿਹੜਾ ਕਿ ਹੱਦ ਟੱਪ ਜਾਂਦਾ ਤੇ But the highest form of fear ਪਰ ਜਿਹੜੇ ਹੈਗੇ ਡਰ ਹੈਗੇ ਆ is when we're in a state of terror. ਉਹ ਡਰ ਇਸ ਵੇਲੇ ਹੁੰਦੇ ਆ ਕਿ ਜਿਸ ਵੇਲੇ ਸਾਨੂੰ ਬਹੁਤ ਹੀ ਜ਼ਿਆਦਾ ਖਤਰਾ ਹੁੰਦਾ। It's when we are so overwhelmed with fear. ਠਹਿਰਾ ਇਹ ਹੁੰਦਾ ਹੈ ਕਿ ਅੰਗਰੇਜ਼ੀ ਦਾ ਲਫ਼ਜ਼ ਜਿਸ ਵੇਲੇ ਅਸੀਂ ਬਹੁਤ ਜ਼ਿਆਦਾ ਹੀ ਡਰ ਜਾਂਦੇ ਆ। There's immediate danger.
ਇੱਕਦਮ ਖਤਰਾ ਸਾਡੇ ਮੂਹਰੇ, and it makes us act. ਉਹ ਜਿਹੜਾ ਕਿ ਇੱਕਦਮ ਖਤਰਾ ਸਾਡੇ ਆ ਜਾਂਦਾ ਤਾਂ ਅਸੀਂ ਡਰ ਜਾਂਦੇ ਹੈਗੇ ਆ, ਉਹਦੇ ਦੁਆਰਾ ਅਸੀਂ ਕੁਝ ਕਰਦੇ ਆ। Our life may be in danger, ਹੋ ਸਕਦਾ ਕਿ ਸਾਡਾ ਜੀਵਨ ਖਤਰੇ 'ਚ ਹੋਵੇ, and the adrenaline starts pumping around our bodies, and there's this fear. ਉਹ ਅਸੀਂ ਡਰ ਦੇ ਕੇ ਘਬਰਾ ਜਾਂਦੇ ਆ, ਡਰ ਜਾਂਦੇ ਆ ਤੇ ਅਸੀਂ ਕੁਝ ਕਰਦੇ ਹੈਗੇ ਆ ਤੇ ਉਸ ਵੇਲੇ ਸਾਡੇ ਜੋਸ਼ ਆ And ਜਾਂਦਾ। it spurs us into action. ਫਿਰ ਅਸੀਂ ਕਰਦੇ, ਜਿਸ ਵੇਲੇ ਜੋਸ਼ ਆ ਜਾਂਦਾ ਅਸੀਂ ਕੁਝ ਨਾ ਕੁਝ ਕਰਦੇ ਆ। And we have this flight or fight response. ਫਿਰ ਇਸ ਕੀ ਹੁੰਦਾ ਹੈ ਕਿ ਉਹ ਡਰ ਦੇ ਕਾਰਨ ਇੰਨਾ ਡਰ ਹੋ ਜਾਂਦਾ, ਅਸੀਂ ਕੁਝ ਨਾ ਕੁਝ ਕਰਦੇ ਆ ਕਿ ਉਹ ਲੜਾਈ ਤੱਕ ਪਹੁੰਚ ਜਾਂਦੇ ਆ। So this is a very brief and a very superficial, if you like, overview of fear. ਇਹ ਜਿਹੜੇ ਡਰ ਹੈਗੇ ਆ ਇਹ ਥੋੜਾ ਜਿਹਾ ਉੱਤੋਂ ਦਿਖਾ ਲਿਆ। But secondly, ਦੂਸਰੀ ਗੱਲ, like with most emotions, ਤੇ ਜਿਹੜੇ ਜਜ਼ਬਾਤ ਹਨ, there could be a good and a bad aspect to fear. ਜੀਵਨ ਦੇ ਵਿੱਚ ਜਿਹੜੇ ਜਜ਼ਬਾਤ ਆਉਂਦੇ ਹੈਗੇ ਆ, ਹੋ ਸਕਦਾ ਬੁਰੇ ਵੀ ਹੋਣ ਤੇ ਅੱਛੇ ਵੀ ਹੈਗੇ। So let's look at this very briefly. ਥੋੜੇ ਚਿਰ 'ਚ ਦੇਖਾਂਗੇ What is a healthy fear? ਜਿਹੜਾ ਕਿ ਡਰ ਹੈਗਾ, ਜਿਹੜਾ ਕਿ ਅੱਛਾ ਹੈਗਾ, ਉਹ ਕਿਹੜਾ ਹੈ। The Bible talks about the fear of the Lord, ਪ੍ਰਭੂ ਦੇ ਭੈ ਦੇ ਬਾਰੇ ਗੱਲ ਹੁੰਦੀ, which is the beginning of wisdom. ਜਿਹੜਾ ਪਰਮੇਸ਼ਰ ਦਾ ਪੈਰ ਰੱਖਦਾ ਹੈਗਾ ਉਹ ਉੱਥੋਂ ਸ਼ੁਰੂ ਹੁੰਦਾ ਕਿ ਉਹ ਪਰਮੇਸ਼ਰ ਦੀ ਬੁੱਧ ਦੇ ਵਿੱਚ ਪੈਰ There ਰੱਖ is ਲੈਂਦਾ। a godly fear. ਪਰਮੇਸ਼ਰ ਦਾ ਭੈ ਜਿਹੜਾ ਹੁੰਦਾ This is good. ਇਹ ਚੰਗਾ ਹੈ। Deuteronomy verse 31, chapter 31 and verse 13. ਵਿਵਸਥਾ ਸਾਰ 31 ਚ 13-14। Here Moses is told to read the law to the people. ਇੱਥੇ ਮੂਸਾ ਨੂੰ ਕਿਹਾ ਗਿਆ ਕਿ ਸ਼ਰਾ ਜਿਹੜੀ ਹੈਗੀ ਆ ਲੋਕਾਂ ਦੇ ਅੱਗੇ ਉਹਨਾਂ ਨੂੰ ਬੋਲ ਕੇ ਦੱਸ। They are told to, that this is, he's talking to them just before they enter into the promised land. ਉਹ ਵਾਅਦੇ ਵਾਲੀ ਧਰਤੀ ਤੇ ਜਾਣ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ। And he tells them that to learn the fear of God, the fear of the Lord. ਉੱਥੇ ਦੱਸਿਆ ਜਾਂਦਾ ਕਿ ਹਾਂ ਕਿ ਤੁਸੀਂ ਧਰਤੀ ਦੇ ਵਾਲੇ ਵਾਅਦੇ ਵਾਲੀ ਧਰਤੀ ਤੇ ਜਾਣ ਤੋਂ ਪਹਿਲਾਂ ਤੁਸੀਂ ਸਿੱਖ ਲਓ ਜਿਹੜਾ ਕਿ ਪਰਮੇਸ਼ਰ ਦਾ ਭੈ ਹੈ ਉਹਦੇ ਬਾਰੇ। They are to have a fear of the Lord. ਪਰਮੇਸ਼ਰ ਦਾ ਭੈ ਹੋਵੇ ਉਹਨਾਂ ਦੇ ਕੋਲ। That is that they are to respect him. ਤੇ ਉਹ ਭੈ ਇਸ ਕਰਕੇ ਆ ਕਿ ਪਰਮੇਸ਼ਰ ਦਾ ਆਦਰ ਉਹਦੇ ਦੁਆਰਾ ਕੀਤਾ honor ਜਾਵੇ, him. ਉਹਦਾ ਆਦਰ ਕੀਤਾ And ਜਾਵੇ, have reverence for him and have a godly fear. ਕਿ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਭੈ ਹੋਵੇ, ਉਹਦੇ ਦੁਆਰਾ ਪਰਮੇਸ਼ਰ ਦਾ ਆਦਰ ਹੋਵੇ। Proverbs chapter 1 verse 7. This is familiar to most of us. ਕਹਾਵਤਾਂ ਹੈਗੀਆਂ ਅਸੀਂ ਸਾਰੇ ਜਿਹੜੇ ਜਾਣਦੇ ਆ। It says the fear of the Lord is the beginning of knowledge. ਉੱਥੇ ਦੱਸਿਆ ਹੈਗਾ ਕਿ ਜਿਹੜਾ ਪਰਮੇਸ਼ਰ ਦਾ ਭੈ ਹੈ ਉਹ ਸ਼ੁਰੂਆਤ ਹੈਗੀ ਆ ਪਰਮੇਸ਼ਰ ਦੇ ਗਿਆਨ ਬਾਰੇ। If you want to be wise, ਜੇ ਤੁਸੀਂ ਬੁੱਧਵਾਨ ਬਣਨਾ ਚਾਹੁੰਦੇ ਹੋ, fear God, respect him, honor him. ਪਰਮੇਸ਼ਰ ਦਾ ਆਦਰ ਕਰੋ, ਉਹਦਾ ਭੈ ਰੱਖੋ। Psalm 111 verse 10. The fear of the Lord is the beginning of wisdom. It's the same thing. ਤੇ ਜ਼ਬੂਰ 111 ਤੇ 10 ਆਇਤ ਵਿੱਚ ਦੱਸਿਆ ਕਿ ਪਰਮੇਸ਼ਰ ਦਾ ਪੈਰ ਰੱਖੋ, ਉਸ ਤੋਂ ਬੁੱਧ ਸ਼ੁਰੂ ਹੁੰਦੀ। And it's sad, isn't it, that amongst even Christians there is so little fear of God. ਤੇ ਦੁੱਖ ਦੀ ਗੱਲ ਹੈ ਕਿ ਵਿਸ਼ਵਾਸੀਆਂ ਦੇ ਵਿੱਚ ਵੀ ਇਹ ਬਹੁਤ ਘੱਟ ਦਿਖਾਈ ਦਿੰਦਾ ਕਿ ਪਰਮੇਸ਼ਰ ਦਾ ਜੋ ਭੈ ਹੈ, So little respect and reverence towards him. ਤੇ ਪਰਮੇਸ਼ਰ ਦੇ ਲਈ ਭੈ ਨਹੀਂ ਹੁੰਦਾ ਤਾਂ ਨਾ ਉਹਦਾ ਆਦਰ ਬਾਹਲਾ ਨਹੀਂ ਕੀਤਾ ਜਾਂਦਾ। We are often flippant, we are often casual in our relationship with him. ਪਰਮੇਸ਼ਰ ਦੇ ਜਿਹੜਾ ਭੈ ਹੈਗਾ ਆ ਉਹਦੇ ਨਾਲ ਅਸੀਂ ਆਪਣੇ ਐਵੇਂ ਹੀ ਦਾ ਰਿਸ਼ਤਾ ਰੱਖਦੇ ਹਾਂ। And maybe this is a symptom of the fact that as a society we do not respect authority anymore. ਸਮਾਜ ਦੇ ਮੁਤਾਬਕ ਜਿਸ ਤਰ੍ਹਾਂ ਸਮਾਜ ਚੱਲਦਾ ਹੈਗਾ ਉਹਨਾਂ ਦਾ ਸਾਡੇ ਉੱਤੇ ਵੀ ਅਸਰ ਹੁੰਦਾ ਕਿ ਜੋ ਪਰਮੇਸ਼ਰ ਦੀ ਇਖਤਿਆਰ ਹੈ ਜਾਂ ਕਿ ਸਰਕਾਰ ਦਾ ਇਖਤਿਆਰ ਹੈ ਅਸੀਂ ਉਹਦਾ ਡਰ ਨਹੀਂ ਮੰਨਦੇ। Ask a teacher, do the children respect you as a teacher? In primary school they'll say yes, you know, kids at that age they love miss and they love sir, don't they? ਛੋਟੇ ਜਿਹੜੇ ਬੱਚੇ ਹੈਗੇ ਆ ਜਿਹੜੇ ਉਹਨਾਂ ਦੇ ਟੀਚਰਾਂ ਨੂੰ ਪੁੱਛੋ, ਟੀਚਰ ਜਿਹੜੇ ਹੈਗੇ ਦੇ ਬੱਚਿਆਂ ਨੂੰ ਪੁੱਛੋ ਤੁਸੀਂ ਆਪਣੇ ਟੀਚਰ ਨੂੰ ਪਿਆਰ ਕਰਦੇ। ਛੋਟੇ ਬੱਚੇ ਜਿਹੜੇ ਹੈਗੇ ਉਹ ਰਲ ਮਿਲ ਕੇ ਖੇਡਦੇ ਰਹਿੰਦੇ ਹੈਗੇ ਤੇ ਕਹਿਣਗੇ ਹਾਂ। ਜਿਹੜੇ ਵੱਡੇ ਬੱਚੇ ਆ, secondary school teacher, ਜਿਹੜੇ ਵੱਡੇ ਬੱਚੇ ਹੈਗੇ ਆ ਵੱਡੇ ਸਕੂਲ ਦੇ ਵਿੱਚ ਹਨ। And how do kids behave there? ਉੱਥੇ ਕਿਸ ਤਰ੍ਹਾਂ ਆਪਣੇ ਆਪ ਨੂੰ ਬੱਚੇ Do they respect you? ਕੀ ਉਹ ਤੁਹਾਡਾ ਟੀਚਰ ਹੁੰਦੇ ਹੋਏ ਆਦਰ ਕਰਦੇ ਆ? You have to impose strong discipline on them. ਬਹੁਤ ਉਹਨਾਂ ਦੇ ਉੱਤੇ ਤਾੜਨਾ ਲਾਉਣੀ ਪੈਂਦੀ ਹੈਗੀ ਹੈ ਤਾਂ ਕਿ ਤਾੜਨਾ isn't ਚੜਾਉਣ। that respect of teachers anymore? ਅੱਜ ਕੱਲ ਜਿਹੜੇ ਟੀਚਰ ਹੈਗੇ ਆ ਉਹਨਾਂ ਦਾ ਆਦਰ ਨਹੀਂ ਕੀਤਾ ਜਾਂਦਾ। Or the police? ਪੁਲਿਸ ਦਾ ਆਦਰ ਵੀ ਨਹੀਂ ਕੀਤਾ ਜਾਂਦਾ। I mean, when we were young,
ਜਿਸ ਵੇਲੇ ਅਸੀਂ ਜਵਾਨ ਸੀ, I remember, whenever we saw policemen, we held them in high esteem. ਜਿਸ ਵੇਲੇ ਅਸੀਂ ਪੁਲਿਸਮੈਨ ਨੂੰ ਅਤੇ ਸਿਪਾਹੀ ਨੂੰ ਦੇਖਦੇ ਸੀਗੇ, ਸਾਡੇ ਆਦਰ ਦੇ ਕਾਰਨ ਉਹਨਾਂ ਦਾ ਪੈ ਹੁੰਦਾ ਸੀ। As a figure of authority. ਉਹ ਵੀ ਦੇਖਦੇ ਸੀ ਹਾਂ ਕਿ ਇਸ ਮਨੁੱਖ ਦੇ ਕੋਲ ਇਖਤਿਆਰ ਹੈਗਾ ਪੁਲਿਸ ਦਾ। I mean, we were really frightened. ਉਸ ਵੇਲੇ ਡਰ ਜਾਂਦੇ ਸੀ। Or your doctor, your GP. ਜਿਹੜਾ ਤੁਹਾਡਾ ਡਾਕਟਰ ਹੈਗਾ ਆ। I remember when we were young, our doctor was like, wow. We used to really look up to our doctor. ਜਿਸ ਵੇਲੇ ਇਹ ਜੇ ਡਾਕਟਰ ਦੇ ਜਾਂਦੇ ਸੀ, ਦੇਖਦੇ ਸੀ ਹਾਂ ਵੀ ਵੱਡਾ ਕਮਾਲ ਦਾ ਡਾਕਟਰ ਹੈਗਾ, ਤਾਂ ਉਹਦੀ ਆਦਰ ਕਰਦੇ ਸੀਗੇ। I don't know if that's the same today. ਪਤਾ ਨਹੀਂ ਅੱਜ ਕੱਲ੍ਹ ਵੀ ਇਸ ਤਰ੍ਹਾਂ ਹੁੰਦਾ ਕਿ ਨਹੀਂ ਹੁੰਦਾ। Can you see now, the day and age we live in, ਜਿਹੜੇ ਅੱਜ ਕੱਲ੍ਹ ਦਿਨਾਂ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, we have ਤੁਸੀਂ ਫਰਕ become ਦੇਖਦੇ an ਆ। anti-authority society. ਸਮਾਜ ਇਹੋ ਜਿਹਾ ਬਣ ਗਿਆ ਕਿ ਅਸੀਂ ਜਿਹੜੇ ਇਖਤਿਆਰ ਹਨ ਉਹਨਾਂ ਦਾ ਆਦਰ ਨਹੀਂ And ਕਰਦੇ। therefore, because we don't respect authority, we don't respect parents and people in authority, then it just follows that you're not going to respect God. ਹਾਂ, ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਹੈਗਾ ਸਮਾਜ ਦਾ ਤੇ ਵਿਸ਼ਵਾਸੀ ਲੋਕਾਂ ਦਾ ਵੀ ਕਿ ਹਾਂ ਕਿ ਜਿਹੜੇ ਇਖਤਿਆਰ ਵਾਲੇ ਲੋਕ ਅਸੀਂ ਉਹਨਾਂ ਦਾ ਨਹੀਂ ਆਦਰ ਕਰਦੇ ਹੈਗੇ, ਮਾਂ ਪਿਓ ਦਾ ਨਹੀਂ ਆਦਰ ਕਰਦੇ ਹੈਗੇ। ਇਸੇ ਤਰ੍ਹਾਂ ਗਾਹਾਂ ਤੇ ਗਾਹਾਂ ਗੱਲ ਵੱਧਦੀ ਹੈਗੀ ਆ, ਪਰਮੇਸ਼ਰ ਤਾਂ ਆ ਜਾਂਦੀ ਹੈ ਕਿ ਪਰਮੇਸ਼ਰ ਦਾ ਵੀ ਆਦਰ ਨਹੀਂ ਕਰਦੇ। So there could be a healthy fear. ਹਾਂ ਕਿ ਭੈ ਜਿਹੜਾ ਹੈਗਾ ਆ ਚੰਗਾ ਹੈਗਾ। Secondly, there is this negative, part of the healthy fear is that we have a fear of danger as well. ਤੇ ਜਿਹੜਾ ਇਹ ਅੱਛਾ ਭੈ ਹੈਗਾ ਆ, ਜਿਹੜਾ ਖਤਰਾ ਜਿਹੜਾ ਸਾਡੇ ਲਈ ਪੈਂਦਾ ਹੈ, ਉਸ ਵੇਲੇ ਵੀ ਇਹ ਚੰਗਾ ਹੁੰਦਾ ਕਈ ਵਾਰੀ। So God has given us this natural, instinctive fear when we face danger. ਜਿਸ ਵੇਲੇ ਅਸੀਂ ਖਤਰੇ ਦਾ ਸਾਹਮਣਾ ਕਰਦੇ ਹਾਂ, ਪਰਮੇਸ਼ਵਰ ਨੇ ਸਾਡੇ ਮਨ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਇਹੋ ਜਿਹਾ ਪੈਰ ਰੱਖਿਆ ਹੋਇਆ ਕਿ ਖਤਰਾ ਹੋਵੇ ਤਾਂ ਅਸੀਂ ਕੁਛ ਨਾ ਕੁਛ ਕਰਦੇ ਹਾਂ। It's a natural sort of defense mechanism. ਉਹ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਾਂ ਕਿ ਇਹ ਜਿਸਮ ਦੇ ਵਿੱਚ ਹੈ ਕਿ ਜੇ ਕੋਈ ਖਤਰਾ ਆਉਂਦਾ ਤੇ ਅਸੀਂ ਕੁਛ ਕਰਦੇ So ਹਾਂ। just imagine there's a zoo nearby. What? A zoo. ਜ਼ੂ ਦੇਖੋ ਜੇ ਕਿ ਪਿੰਜਰਾ ਘਰ And ਹੋਵੇ, a tiger gets out. ਸ਼ੇਰ ਜਿਹੜਾ ਹੈਗਾ ਬਾਹਰ ਨੱਠ ਗਿਆ, And we're coming to church. ਉਹ ਮੰਡਲੀ 'ਚ ਆ ਗਿਆ And we decide to walk. ਤੇ ਅਸੀਂ ਤੁਰਨਾ ਚਾਹਿਆ। And round the corner is a tiger. ਅਸੀਂ ਇੱਥੋਂ ਬਾਹਰ ਨਿਕਲ ਕੇ ਜਾਂਦੇ ਹੈਗੇ ਆ ਤਾਂ ਅਸੀਂ ਦੇਖਦੇ ਹਾਂ ਕਿਨਾਰੇ ਦੇ ਉੱਤੇ ਇੱਕ ਸ਼ੇਰ ਬੈਠਾ। We would be filled with fear. ਅਸੀਂ ਸ਼ੇਰ ਨੂੰ ਦੇਖ ਕੇ ਉਸ ਵੇਲੇ ਡਰ ਦੇ ਨਾਲ ਭਰ ਜਾਣਾ। Because this is a real danger, not an imagined one. ਉਹ ਇਹ ਨਹੀਂ ਹੈਗਾ ਕਿ ਅਸੀਂ ਇਹ ਮਨ 'ਚ ਸੋਚ ਲਿਆ ਕਿ ਸ਼ੇਰ ਉੱਥੇ ਐ ਖੜਿਆ ਬੈਠਾ ਖੜਿਆ, ਨਹੀਂ ਬੈਠਾ ਕਿ ਅਸੀਂ ਇਹ ਸੋਚ ਲਿਆ, ਪਰ ਇਹ ਅਸਲੀ ਖਤਰਾ। Fear spurs us to action. ਉਹਨੂੰ ਸ਼ੇਰ ਨੂੰ ਦੇਖ ਕੇ ਜਿਸ ਵੇਲੇ ਡਰ ਪੈ ਜਾਂਦਾ, ਉਹ ਦੇਖ ਕੇ ਅਸੀਂ ਕੁਝ ਕਰਦੇ ਹਾਂ। If we did not fear, ਜੇ ਸਾਡੇ ਵਿੱਚ ਡਰ ਨਾ ਹੋਵੇ and we went to the tiger and we said, nice cat. ਤੇ ਅਸੀਂ ਜਾ ਕੇ ਸ਼ੇਰ ਨੂੰ ਕਹੀਏ ਕਿ ਹਾਂ ਕਿ ਤੂੰ ਬਹੁਤ ਸੋਹਣੀ ਬਿੱਲੀ ਆ। I mean, that's the last thing we'd ever say because that nice cat would eat us up. ਇਹ ਆਖਰੀ ਗੱਲ ਅਸੀਂ ਕਹਾਂਗੇ ਕਿ ਉਹ ਸ਼ੇਰ ਨੇ ਤਾਂ ਸਾਨੂੰ ਖਾ ਲੈਣਾ। So fear, therefore, is a good natural defense mechanism. ਪਰਮੇਸ਼ਵਰ ਨੇ ਡਰ ਇਹੋ ਜਿਹਾ ਸਾਡੇ ਵਿੱਚ ਪਾਇਆ ਹੋਇਆ ਹੈਗਾ ਆ ਜਿਹੜਾ ਕਿ ਸਾਨੂੰ ਖਤਰੇ ਤੋਂ ਬਚਾ ਕੇ ਰੱਖਦਾ। So this is a good thing. This is a healthy fear. ਇਹ ਚੰਗਾ ਖਤਰਾ ਹੈਗਾ ਆ ਜਿਹੜਾ ਕਿ ਜੇ ਤੋਂ ਅਸੀਂ ਬਚ ਸਕਦੇ ਹਾਂ, ਪਰਮੇਸ਼ਵਰ ਦਾ ਪੈਰ ਰੱਖ ਸਕਦੇ ਹਾਂ। So fear of God, having respect for Him, honoring Him. ਪਰਮੇਸ਼ਵਰ ਦਾ ਪੈਰ ਰੱਖਣਾ, ਉਹਦਾ ਆਦਰ ਮਾਣ ਕਰਨਾ, ਉਹਦੀ ਇੱਜ਼ਤ ਕਰਨੀ। Fear of danger, that's good. ਜਿਹੜਾ ਖਤਰੇ ਤੋਂ ਡਰਨਾ, ਇਹ ਵੀ ਚੰਗੀ ਗੱਲ ਆ। It protects us. ਉਹ ਤੋਂ ਅਸੀਂ ਬਚ ਕੇ ਰਹਿੰਦੇ ਹਾਂ। But then there is an unhealthy fear. ਇੱਕ ਜਿਹੜਾ ਖਤਰਾ ਹੈਗਾ ਆ ਜਿਹੜਾ ਬੁਰਾ ਹੈਗਾ, This is imagined fear. ਇਹ ਉਹ ਆ ਜਿਹੜਾ ਕਿ ਮਨ ਦੇ ਵਿੱਚ ਬੈਠਾ ਹੋਇਆ। It's fearing when we shouldn't fear. ਇਹ ਉਹ ਡਰ ਹੈਗਾ ਆ ਜਿਸ ਵੇਲੇ ਬਿਨਾਂ ਗੱਲ ਤੋਂ ਅਸੀਂ ਡਰਦੇ ਹਾਂ। If there's a wild dog and it's going to attack us, we have reason to fear. ਜੇ ਉੱਥੇ ਕੁੱਤਾ ਹੈਗਾ ਹਲਕਿਆ ਹੋਇਆ ਹੈਗਾ ਆ, ਉਹਨੇ ਸਾਡੇ ਉੱਤੇ ਆ ਕੇ ਉਹਨੇ ਹਮਲਾ ਕਰਨਾ ਹੈਗਾ, ਫਿਰ ਤਾਂ ਜ਼ਰੂਰ ਅਸੀਂ ਡਰੀਏ। But not all dogs are wild. ਸਾਰੇ ਜਿਹੜੇ ਕੁੱਤੇ ਹੈਗੇ ਆ ਉਹ ਜੰਗਲੀ ਨਹੀਂ ਹੈਗੇ, ਉਹ ਕੋਈ ਵੱਢ ਕੇ ਨਹੀਂ And therefore ਖਾਂਦੇ। there's no reason to fear. ਫਿਰ ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ If ਨਹੀਂ। there's a tarantula, there's reason to fear. ਜੇ ਕੋਈ ਉੱਥੇ ਵੱਡਾ ਸਾਰਾ ਟਰੈਂਚੂਲਰ ਹੋਵੇ, ਸਪਾਈਡਰ ਵਗੈਰਾ ਹੁੰਦਾ, It's poisonous. ਉਹ 'ਚ ਜ਼ਹਿਰ ਹੁੰਦੀ ਆ। But a little household spider, is there reason to fear? ਜੇ ਘਰ ਦੇ ਵਿੱਚ ਜਿਹੜੇ ਕਣੀ ਫਿਰਦੇ ਆ, ਸਪਾਈਡਰ ਫਿਰਦੇ ਹੈਗੇ, ਉਹਨਾਂ ਤੋਂ ਡਰਨ ਦੀ ਲੋੜ ਨਹੀਂ, ਉਹਨਾਂ 'ਚ ਜ਼ਹਿਰ ਹੈ ਨਹੀਂ। You can crush it. ਉਹਨੂੰ ਤੁਸੀਂ ਫੇਰ ਸਕਦੇ ਹੋ। Fear of people ਲੋਕਾਂ ਤੋਂ ਡਰਨਾ, that prevents us from serving God. ਜਿਹੜੇ ਜਿਸ ਲੋਕਾਂ ਤੋਂ ਡਰਨਾ ਕਿ ਅਸੀਂ ਡਰ ਜਾਂਦੇ ਹਾਂ ਕਿ ਪਰਮੇਸ਼ਰ ਦੀ ਸੇਵਾ ਨਾ ਕਰੀਏ। Is that good? ਕੀ ਇਹ ਚੰਗੀ ਗੱਲ ਆ? It's not. It's No. unhealthy.
ਨਹੀਂ ਚੰਗੀ ਗੱਲ ਨਹੀਂ ਹੈ। Fear of taking risks for Christ. ਮਸੀਹ ਦੇ ਲਈ ਅਸੀਂ ਆਪਣੇ ਆਪ ਨੂੰ ਕਦਮ ਚੱਕਣੇ, These are unhealthy fears. ਇਹ ਜਿਹੜੇ ਡਰ ਹੈਗੇ ਆ ਇਹ ਸਾਡੇ ਵਾਸਤੇ ਚੰਗੇ ਨਹੀਂ। Fears that are there from a young age that we've been taught. ਉਹ ਡਰ ਜਿਹੜੇ ਸਾਡੇ ਮਨ 'ਚ ਪਹਿਲੇ ਮਾਂ-ਪਿਓ ਨੇ ਪਾਏ ਹੋਏ ਆ ਉਹ ਵਸੇ ਹੋਏ ਆ। These are not good fears. We need to learn to overcome them. ਇਹ ਚੰਗੇ ਡਰ ਨਹੀਂ ਹੈਗੇ, ਇਹਨਾਂ ਦੇ ਉੱਤੇ ਅਸੀਂ ਜਿੱਤ ਪਾਉਣੀ ਹੈ। Sometimes we fear because we are timid personalities. ਕਿਉਂਕਿ ਅਸੀਂ ਕਈ ਵਾਰੀ ਡਰਦੇ ਹੈਗੇ ਆ ਕਿ ਸਾਡਾ ਸੁਭਾਅ ਇਹੋ ਜਿਹਾ ਹੈ ਕਿ ਅਸੀਂ ਛੇਤੀ ਡਰ ਜਾਂਦੇ ਹਾਂ। Sometimes we have this fear ਕਈ ਵਾਰੀ ਸਾਡੇ ਕੋਲ ਇਸ ਤਰ੍ਹਾਂ ਦਾ ਡਰ ਹੁੰਦਾ because we know if we do something, we have to go through a traumatic experience. ਉਹ ਕਈ ਇਹੋ ਜਿਹਾ ਖਤਰਾ ਹੁੰਦਾ ਕਿ ਅਸੀਂ ਜਾਣਦੇ ਹੈਗੇ ਆ ਜੇ ਅਸੀਂ ਇਸ ਚੀਜ਼ ਆਹ ਕੁਝ ਕਰਨਾ ਹੈਗਾ, ਇੱਥੋਂ ਦੀ ਲੰਘ ਕੇ ਜਾਣਾ, ਸਾਨੂੰ ਪਤਾ ਹੈ ਖਤਰਾ ਹੈਗਾ, ਅਸੀਂ ਉੱਥੋਂ ਦੀ ਲੰਘਦੇ ਹਾਂ To ਖਤਰੇ ਵਿੱਚ overcome your fear, ਤਾਂ ਕਿ ਅਸੀਂ ਉਸ ਖਤਰੇ ਦੇ ਉੱਤੇ ਜਿੱਤ ਪਾ ਲਈਏ। your heart is pounding, ਤੁਹਾਡਾ ਦਿਲ ਜਿਹੜਾ ਬਹੁਤ ਧੜਕ ਰਿਹਾ, your muscles become tense, ਜਿਹੜੇ ਤੁਹਾਡੇ ਮਸਲਸ ਹੈਗੇ ਆ ਉਹ ਜੋ ਬਹੁਤ ਜ਼ੋਰ ਫੜ ਲੈਂਦੇ ਆ। there's a dryness of mouth, there's perspiration, ਫਿਰ ਉੱਥੇ ਕੀ ਹੁੰਦੇ ਆ ਕਿ ਗਰਮੀ ਆਉਣ ਲੱਗ ਪੈਂਦੀ ਹੈ, ਪਸੀਨਾ ਆਉਣ ਲੱਗ ਪੈਂਦਾ, there's knots in your stomach. ਫਿਰ ਉਹ ਤੁਹਾਡੇ ਤੁਸੀਂ ਉਹ ਕਰ ਨਹੀਂ ਪਾ ਸਕਦੇ, ਤੁਹਾਡੇ ਪੇਟ 'ਚ ਉਹ And so you know, because I have to go through these experiences to overcome that fear, you never face it. ਜੇ ਇਸ ਖਤਰੇ ਦੇ ਵਿੱਚ ਤੁਸੀਂ ਨਹੀਂ ਲੰਘੇ ਤਾਂ ਤੁਸੀਂ ਉਹਦਾ ਸਾਹਮਣਾ ਵੀ ਨਹੀਂ ਕਦੀ ਕਰ ਸਕਦੇ। It's too difficult to face, it's too discomforting. ਤੁਸੀਂ ਉਹਦਾ ਸਾਹਮਣਾ ਇਸ ਕਰਕੇ ਨਹੀਂ ਕਰਦੇ ਹੈਗੇ ਕਿਉਂਕਿ ਉਹਦੇ ਵਿੱਚ ਦੀ ਸਾਨੂੰ ਬਹੁਤ ਡਰਨਾ ਪੈਣਾ, ਅਸੀਂ ਉਹਨੂੰ ਕੁਝ ਕਰ ਨਹੀਂ ਸਕਦੇ ਉਹਦੇ ਕਿਉਂਕਿ ਅਸੀਂ Sometimes ਡਰਦੇ we ਹਾਂ। are called to face real dangers. ਕਈ ਵਾਰੀ ਸਾਨੂੰ ਸੱਦਾ ਵੀ ਆਉਂਦਾ ਹੈਗਾ ਕਿ ਹਾਂ ਕਿ ਅਸੀਂ ਜਿਹੜਾ ਅਸਲੀ ਖਤਰਾ ਉਹਦਾ ਸਾਹਮਣਾ ਵੀ ਕਰੀਏ। If there's a house on fire ਕਿ ਉਹ ਘਰ ਜਿਹੜੇ ਉਹਨੂੰ ਅੱਗ ਲੱਗੀ ਹੋਈ ਆ, and there's someone inside ਕੋਈ ਉਹ ਘਰ ਦੇ ਵਿੱਚ ਹੈ ਜਿੱਥੇ ਅੱਗ ਲੱਗੀ and ਹੋਈ ਆ, there is the possibility of saving them, ਉੱਥੇ ਮੌਕਾ ਹੈਗਾ ਕਿ ਅਸੀਂ ਅੰਦਰ ਜਾ ਕੇ ਕਿਸੇ ਨੂੰ ਬਚਾ ਵੀ ਸਕੀਏ। and we have a fear of fire, ਹਾਂ ਜ਼ਰੂਰ ਆ, ਅੱਗ ਤੋਂ ਵੀ ਸਾਨੂੰ ਡਰ ਹੈ। we need to overcome that fear. ਜ਼ਰੂਰ ਹੈ ਕਿ ਅਸੀਂ ਉਸ ਅੱਗ ਤੋਂ ਜਿਹੜੇ ਡਰਦੇ ਆ ਉਹ ਤੇ ਵੀ ਜਿੱਤ ਪਾਈਏ। We have to take risks. ਜ਼ਰੂਰ ਹੈ ਕਿ ਅਸੀਂ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹ ਤੇ ਜਿੱਤ ਪਾਈਏ। And even for the Lord, our witness is more important than our fears, real dangers. ਪ੍ਰਭੂ ਦੇ ਲਈ ਵੀ ਸਾਡੇ ਜਿਹੜੇ ਖਤਰੇ ਹੈਗੇ ਆ ਉਹਨਾਂ ਤੋਂ ਵੱਧ ਕੇ ਅਸੀਂ ਪ੍ਰਭੂ ਦੇ ਲਈ ਖਤਰੇ 'ਚ ਆਪਣੇ ਆਪ ਨੂੰ ਪਾਈਏ ਉਹਦੀ ਸੇਵਾ ਦੇ ਵਿੱਚ। Even death itself. ਮੌਤ ਤੱਕ ਅਸੀਂ ਵਫਾਦਾਰ ਰਹੀਏ ਤਾਂ ਕਿ ਅਸੀਂ The ਉਸ ਖਤਰੇ fear of ਵਿੱਚ it is ਲੰਘੀਏ। something we need to learn to overcome when it's a gospel issue. ਖਤਰਾ ਜਿਹੜਾ ਹੈਗਾ ਆ ਜਿਸ ਵੇਲੇ ਅਸੀਂ ਇੰਜੀਲ ਦੀ ਗੱਲ ਆਉਂਦੀ ਹੈਗੀ ਆ ਉਹਦੇ ਵਿੱਚ ਖਤਰਾ ਅਸੀਂ ਸਾਹਮਣਾ ਕਰਦੇ ਆ, ਜ਼ਰੂਰ ਹੈ ਕਿ ਅਸੀਂ ਉਸ ਖਤਰੇ ਦੇ ਵਿੱਚ ਲੰਘੀਏ, ਸਾਹਮਣਾ ਕਰੀਏ। Fear can be disabling. ਹਾਂ ਕਿ ਖਤਰਾ ਹੈਗਾ ਕਿ ਸਾਨੂੰ ਕੋਈ ਪਾਜ ਬਣਾ ਦਿੰਦਾ Fears can make us freeze ਡਰ ਹੈਗਾ ਕਿ ਜਿਹੜੇ ਸਾਨੂੰ ਆਜ਼ਾਦ ਵੀ ਕਰ ਸਕਦਾ, so that we do not do what we need to do. ਆਜ਼ਾਦ ਹੋ ਜਾਂਦੇ ਇਸ ਕਰਕੇ ਹਾਂ ਕਿ ਜੋ ਅਸੀਂ ਕਰਨਾ ਚਾਹੁੰਦੇ ਅਸੀਂ ਨਹੀਂ ਕਰਦੇ। Okay, finally then, ਆਖਰ ਦੇ ਵਿੱਚ how do we overcome our fears? ਫਿਰ ਗੱਲ ਆਖਰ ਤੇ ਇਹ ਹੁੰਦੀ ਆ ਕਿ ਅਸੀਂ ਆਪਣੇ ਡਰ ਦੇ ਉੱਤੇ ਕਿਸ ਤਰ੍ਹਾਂ ਜਿੱਤ ਪਾਉਣੀ। This is what we want to know. ਇਹ ਅਸੀਂ ਜਾਣਨਾ ਚਾਹੁੰਦੇ ਹਾਂ। Does the Bible give us an answer if we're Christians? ਜੇ ਵਿਸ਼ਵਾਸੀ ਹਾਂ ਕਿ ਬਾਈਬਲ ਦੇ ਵਿੱਚੋਂ ਸਾਨੂੰ ਇਸ ਗੱਲ ਦਾ ਜਵਾਬ ਮਿਲਦਾ, Well, it does. ਹਾਂ ਜ਼ਰੂਰ ਮਿਲਦਾ। And I'm not going to go into all the details, ਜੇ ਜਿਹੜੀਆਂ ਸਾਰੀਆਂ ਆਇਤਾਂ ਲਿਖੀਆਂ ਸਾਰੀਆਂ ਤਾਂ ਨਹੀਂ but all I'm ਦੇਖਾਂਗੇ, going to do this evening is give you one principle from God's Word in how we are to overcome our fears. ਇੱਕ ਅਸੂਲ ਬਾਈਬਲ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਨਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਜਿੱਤ ਪਾ ਸਕਦੇ ਹਾਂ ਇਸ ਡਰ ਤੋਂ। And this is expressed all over the Bible in different ways. ਫਰਕ ਤਰੀਕਿਆਂ ਦੇ ਨਾਲ ਬਾਈਬਲ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਜਿੱਤ ਪਾ ਸਕਦੇ ਹਾਂ। But essentially it's saying the same thing. ਦੇਖਦੇ ਹਾਂ ਬਾਰ-ਬਾਰ ਫਰਕ ਜਗ੍ਹਾ ਤੇ ਪਰ ਇੱਕੋ ਹੀ ਗੱਲ ਕਰ ਰਿਹਾ ਹੈ। It's saying to overcome your fears, ਜੇ ਤੁਸੀਂ ਆਪਣੇ ਡਰਾਂ ਦੇ ਉੱਤੇ ਜਿੱਤ ਪਾਉਣੀ ਹੈ, your imagined fears, your real fears, ਜਿਹੜੇ ਅਸਲੀ ਖਤਰੇ ਡਰ ਹੈਗੇ ਆ, ਜਿਹੜੇ ਕਿ ਮਨ ਦੇ ਵਿੱਚ ਸੋਚੇ ਹੋਏ ਖਤਰੇ ਡਰ ਹੈਗੇ ਆ, we are to trust God ਜ਼ਰੂਰ ਹੈ ਕਿ ਅਸੀਂ ਪਰਮੇਸ਼ਰ ਤੇ ਭਰੋਸਾ ਰੱਖੀਏ and believe God is with us ਇਹ ਵੀ ਯਕੀਨ ਕਰੀਏ, ਵਿਸ਼ਵਾਸ ਕਰੀਏ ਕਿ ਪਰਮੇਸ਼ਰ ਸਾਡੇ ਨਾਲ ਹੈ and will help us to overcome our fears. ਜਿਹੜਾ ਸਾਡੀ ਮਦਦ ਕਰ ਸਕਦਾ ਕਿ ਅਸੀਂ ਆਪਣੇ ਡਰਾਂ ਦੇ ਉੱਤੇ ਜਿੱਤ Now, ਪਾਈਏ। let me show you this from the Bible, and we're going to look at lots of verses. ਬਹੁਤ ਸਾਰੀਆਂ ਆਇਤਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ। Let's go back to the root of fear. ਜਿਸ ਗੱਲ ਤੋਂ ਡਰ ਸ਼ੁਰੂ ਹੋਇਆ ਸੀਗਾ ਅਸੀਂ ਉਹ ਦੇਖੀਏ Let's go ਪਹਿਲਾਂ। back to Genesis chapter 3, what we read. ਜਿਹੜੀਆਂ ਆਇਤਾਂ ਲਿਖਤਾਂ ਪੜ੍ਹੀਆਂ ਸੀਗੀਆਂ ਉਤਪਤ 10 ਦੇ ਵਿੱਚੋਂ ਅਸੀਂ ਉਹ ਦੇਖੀਏ। Chapter 3, verse 8 through to 10.
8 ਤੋਂ 10 ਆਇਤ ਜਿਹੜੀ ਅਸੀਂ ਦੇਖੀਏ Here, man has sinned against God. ਇੱਥੇ ਦੇਖਦੇ ਆ ਕਿ ਮਨੁੱਖ ਨੇ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ Adam and Eve, they heard God walking in the garden in the cool of the day. ਉਸ ਜਿਸ ਵੇਲੇ ਸਵੇਰ ਦੇ ਵੇਲੇ ਠੰਡੇ ਵੇਲੇ ਪਰਮੇਸ਼ਰ ਆਇਆ ਸੀਗਾ ਉਹਨੇ ਮਨੁੱਖ ਨੇ ਆਵਾਜ਼ ਵੀ ਸੁਣੀ ਵੀ ਪਰਮੇਸ਼ਰ ਹੈ ਆਇਆ And they hid from God. ਪਰ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਲੁਕਾ ਲਿਆ Chapter 3, verse 8. 3 ਅਧਿਆਇ ਤੇ 8ਵੀਂ ਆਇਤ And God called out to them and said, Where are you? ਪਰਮੇਸ਼ਰ ਨੇ ਉਹਨਾਂ ਨੂੰ ਪੁਕਾਰ ਕੇ ਬੋਲਿਆ ਕਿ ਹਾਂ ਕਿ ਤੁਸੀਂ ਕਿੱਥੇ ਆਦਮ And what did Adam reply? ਤੇ ਆਦਮ ਨੇ ਕੀ ਜਵਾਬ ਦਿੱਤਾ Verse 10. 10ਵੀਂ ਆਇਤ ਦੇ The ਵਿੱਚ first fear in the Bible. ਪਹਿਲਾ ਡਰ ਜਿਹੜਾ ਬਾਈਬਲ ਦੇ So ਵਿੱਚ he ਆਇਆ said, I heard your voice in the garden. I was afraid because I was naked and I hid myself. ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ ਕਿਉਂ ਜੋ ਮੈਂ ਨੰਗਾ ਹਾਂ Can you see the root of our fears? ਕੀ ਤੁਸੀਂ ਦੇਖਦੇ ਆ ਕਿ ਜੜ ਕਿੱਥੋਂ ਸ਼ੁਰੂ ਹੋਈ ਡਰ Just ਦੀ like this, it stems from Adam. ਆਦਮ ਤੋਂ ਡਰ ਸ਼ੁਰੂ ਹੋਇਆ Adam sinned ਆਦਮ ਨੇ ਪਾਪ ਕੀਤਾ and he was separated from God. ਪਰਮੇਸ਼ਰ ਤੋਂ ਅਲੱਗ ਕੀਤਾ ਗਿਆ He no longer knew God's intimacy and fellowship with God. ਪਰਮੇਸ਼ਰ ਦੇ ਨਾਲ ਜਿਹੜਾ ਗੂੜਾ ਰਿਸ਼ਤਾ ਸੀਗਾ ਹੁਣ ਉਹ ਨਹੀਂ ਜਾਂ ਪਛਾਣਦਾ And fear came. I was afraid. ਉਹ ਡਰ ਆਇਆ ਤੇ ਕਹਿੰਦਾ ਕਿ ਮੈਂ ਡਰ ਗਿਆ ਸੀਗਾ There was a fear of punishment. What's God going to do? ਡਰ ਇਹ ਸੀਗਾ ਕਿ ਹਾਂ ਕਿ ਪਰਮੇਸ਼ਰ ਹੁਣ ਕੀ ਕਰੂਗਾ ਕਿ ਮੈਨੂੰ ਸਜ਼ਾ ਦਊ I've sinned. ਪਾਪ ਕੀਤਾ ਉਹਨੇ There's insecurity. ਉਹਨੂੰ ਹੁਣ ਪਤਾ ਲੱਗ ਗਿਆ ਕਿ ਹਾਂ ਮੈਂ ਤਾਂ ਹੁਣ ਬਚਿਆ ਨਹੀਂ ਰਹਿਣਾ There's a fear that evil would happen to him. ਉਹਨੇ ਸੋਚਿਆ ਕਿ ਹਾਂ ਮੈਨੂੰ ਤਾਂ ਬੁਰਾ ਸਲਾਹ ਕੀਤਾ ਸਲੂਕ Fear of ਕੀਤਾ the ਜਾਣਾ future. ਆਉਣ ਵਾਲੇ ਸਮਾਂ ਜਿਹੜਾ ਹੈਗਾ ਉਹ ਤਾਂ See, ਡਰ ਹੈ all our fears stem from this. ਇਸ ਚੀਜ਼ ਤੋਂ ਇਸ ਆਇਤ ਤੋਂ ਜਿਹੜਾ ਪਤਾ ਲੱਗਦਾ ਕਿ ਸਾਰਾ ਡਰ ਸ਼ੁਰੂ ਹੋਇਆ It's the fact that we have been separated from God. ਇਹ ਡਰ ਇਸ ਕਰਕੇ ਆਇਆ ਹੈਗਾ ਕਿਉਂਕਿ ਅਸੀਂ ਪਰਮੇਸ਼ਰ ਤੋਂ ਅਲੱਗ ਕੀਤੇ ਗਏ ਹਾਂ Therefore, it naturally follows ਇਸ ਕਾਰਨ ਜ਼ਰੂਰ ਹੈ ਕਿ ਜਿਹੜਾ ਡਰ ਹੈਗਾ ਪਿੱਛੇ that ਲੱਗਾ the ਹੋਇਆ way to come out of our fears as a general principle ਵੀ ਜਿਹੜਾ ਅਸੂਲ ਹੈਗਾ ਕਿ ਹਾਂ ਕਿ ਜਿਹੜੇ ਸਾਡੇ ਡਰਾਂ ਚੋਂ ਗੱਲਾਂ ਨਿਕਲਦੀਆਂ ਹੈਗੀਆਂ ਉਹ ਜਿਹੜੀ ਜੜ ਹੈਗੀ ਆ ਉਹ ਤੋਂ ਸਾਡੇ ਡਰ ਨਿਕਲਦੇ is to have faith in God, have faith in His Word, ਜ਼ਰੂਰ ਹੈ ਕਿ ਡਰ ਜੇ ਤੇ ਕਾਬੂ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਦੇ ਉੱਤੇ ਜੋ ਉਹ ਕਹਿੰਦਾ ਹੈ ਲਿਖਿਆ ਹੈਗਾ ਪਰਮੇਸ਼ਰ ਤੇ ਭਰੋਸਾ ਕਰੀਏ and to know that God is with us and we're not alienated from Him. ਤੇ ਅਸੀਂ ਇਹ ਯਾਦ ਰੱਖੀਏ ਕਿ ਹਾਂ ਕਿ ਪਰਮੇਸ਼ਰ ਸਾਡੇ ਨਾਲ ਹੈਗਾ ਇਹ ਨਾ ਸੋਚੀਏ ਕਿ ਹਾਂ ਕਿ ਪਰਮੇਸ਼ਰ ਤੋਂ ਅਸੀਂ ਅਲੱਗ ਕੀਤੇ ਗਏ ਹਾਂ ਬਾਹਰ ਕੱਢੇ ਗਏ ਹਾਂ That He keeps us, that He guides us, that He's with us, that He's near to us. ਉਹ ਸਾਡੇ ਨਜ਼ਦੀਕ ਹੈ ਸਾਡੇ ਨਾਲ ਹੈਗਾ ਸਾਡੀ ਅਗਵਾਈ ਕਰਦਾ ਸਾਨੂੰ ਅੱਗੇ ਲੈ ਕੇ ਜਾਂਦਾ That He knows our today and tomorrow and the future. ਉਹ ਅੱਜ ਕੱਲ ਨੂੰ ਸਾਡੇ ਕੱਲ ਨੂੰ ਜਾਣਦਾ ਸੀ ਅੱਜ ਦੇ ਸਾਡੇ ਅੱਜ ਨੂੰ ਜਾਣਦਾ ਸਾਡੇ ਕੱਲ ਨੂੰ ਜਿਹੜਾ ਆਉਣ ਵਾਲਾ ਉਹਨੂੰ ਜਾਣਦਾ That God is there to strengthen us ਪਰਮੇਸ਼ਰ ਉੱਥੇ ਹੈਗਾ ਸਾਨੂੰ ਤਕੜਾ ਕਰੇ and enable us in our fears. ਤੇ ਸਾਨੂੰ ਉਹ ਜਿਹੜਾ ਸਾਡਾ ਡਰ ਹੈਗਾ ਉਹਦੇ ਵਿੱਚ ਉਹ ਸਾਨੂੰ ਕਾਬਲੀਅਤ ਬਣਾਵੇ ਕਿ ਅਸੀਂ ਜਿੱਤ ਪਾਈਏ Let's turn to Genesis 15 and verse 1. ਉਤਪਤ 15:1 ਦੇ ਵਿੱਚ ਦੇਖੀਏ Now here Abraham is afraid ਇੱਥੇ ਅਬਰਾਹਮ ਦੇਖਦੇ ਕਿ ਉਹ ਡਰ ਰਿਹਾ because ਸੀ he's rescued his nephew Lot ਉਹਨੇ from ਲੂਤ ਨੂੰ ਜਿਹੜਾ ਉਹਦਾ captivity. ਭਤੀਜਾ ਸੀ ਉਹਨੂੰ ਬਚਾ ਕੇ ਲਿਆਇਆ And now he's afraid of his enemies because there was danger they may attack him. ਤੇ ਉਹਨੂੰ ਇਹ ਡਰ ਸੀਗਾ ਕਿ ਹਾਂ ਕਿ ਹੁਣ ਲੂਤ ਨੂੰ ਤਾਂ ਬਚਾ ਕੇ ਲੈਂਦਾ ਕਿ ਉਹਦੇ ਦੁਸ਼ਮਣ ਬਣ ਗਏ ਆ ਕਿ ਹੋ ਸਕਦਾ ਕਿ ਉਹ ਅਬਰਾਹਮ ਦੇ ਉੱਤੇ ਤੇ ਉਹਦੇ ਲੋਕਾਂ ਦੇ ਉੱਤੇ ਉਹ ਹਮਲਾ ਕਰਨ And God comes to him and he says to him, Do not be afraid, Abraham. I am your shield, your exceedingly great reward. ਫਿਰ ਪਰਮੇਸ਼ਰ ਉਹਦੇ ਕੋਲ ਆਇਆ ਆ ਕੇ ਕਹਿਣ ਲੱਗਾ ਕਿ ਇਹ ਗੱਲਾਂ ਦੇ ਮਗਰੋਂ ਯਹੋਵਾ ਦਾ ਵਚਨ ਅਬਰਾਹਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਹਮ ਮੈਂ ਤੇਰੇ ਲਈ ਢਾਲ ਹਾਂ Abraham, don't be afraid. ਅਬਰਾਹਮ ਤੂੰ ਨਾ ਡਰ Abraham, I'll protect you. I'm with you. Trust me in your fears. ਆਪਣੇ ਡਰ ਦੇ ਵਿੱਚ ਮੇਰੇ ਉੱਤੇ ਭਰੋਸਾ ਰੱਖ ਮੈਂ ਤੈਨੂੰ ਬਚਾ ਕੇ ਰੱਖੂੰਗਾ ਮੈਂ ਤੈਨੂੰ ਮੇਰੇ ਤੇ ਯਕੀਨ ਕਰਕੇ ਮੈਂ ਤੈਨੂੰ ਰੱਖਿਆ ਦੇ ਵਿੱਚ ਰੱਖੂੰਗਾ Turn to Psalm 3. Now the Psalms are full of this. ਸਾਮ 3 ਦੇਖੀਏ Psalm 3. ਜ਼ਬੂਰ 3 David flees from his rebellious son Absalom. ਅਬਸਲਾਮ ਜਿਹੜਾ ਸੀਗਾ ਜਿਸ ਵੇਲੇ ਉਹਦਾ ਪੁੱਤਰ ਉਹਦੇ ਉੱਤੇ ਹਮਲਾ ਕਰਦਾ ਸੀਗਾ ਉਹ ਤੋਂ And ਡਰਦਾ ਸੀਗਾ his life is in danger. ਤਾਂ ਉਹਦੀ ਜਾਨ ਖਤਰੇ ਸੀ Chapter 3, verse 1. ਤੀਸਰਾ ਅਧਿਆਇ Lord, ਤੇ how they have increased to trouble me. Many are they who rise up against me. ਹੇ ਯਹੋਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ
But what does he do? ਉਹ ਕੀ ਕਰਦਾ? He trusts in God ਉਹਨੂੰ ਪਰਮੇਸ਼ਰ ਤੇ ਭਰੋਸਾ ਰੱਖਿਆ। to protect him. ਕੀ ਉਹਨੇ ਭਰੋਸਾ ਰੱਖਿਆ ਕਿ ਪਰਮੇਸ਼ਰ ਉਹਨੂੰ ਬਚਾ ਕੇ He ਰੱਖੂ। trusts in the sovereignty of God, the fact that God is in control. ਤੇ ਉਹ ਪਰਮੇਸ਼ਰ ਦੀ ਬਜ਼ੁਰਗੀ ਤੇ ਉਹਨੇ ਵਿਸ਼ਵਾਸ ਕੀਤਾ ਕਿ ਹਾਂ ਕਿ ਪਰਮੇਸ਼ਰ ਦੇ ਹੱਥ ਵਿੱਚ ਸਭ ਕੁਝ ਕਬਜ਼ੇ ਦੇ ਵਿੱਚ ਹੈਗਾ ਕਿ ਉਹਨੂੰ ਬਚਾ ਕੇ ਰੱਖੂ। And he knew even if I go to sleep at night, ਤੇ ਉਹ ਇਹ ਵੀ ਜਾਣਦਾ ਸੀਗਾ ਜੇ ਰਾਤ ਦੇ ਵੇਲੇ ਮੈਂ ਸੌਂ ਵੀ ਜਾਵਾਂ, this God can protect me. ਇਹ ਜਿਹੜਾ ਪਰਮੇਸ਼ਰ ਹੈ ਮੈਨੂੰ ਬਚਾ ਕੇ ਰੱਖੂ। Verse 5. ਪੰਜਵੀਂ ਆਇਤ, I lay down and slept. I awoke, for the Lord sustained me. Verse 6. I will not be afraid of 10,000s of peoples who have set themselves against me all around. ਜ਼ਬੂਰ 3:5 ਤੇ 6, ਮੈਂ ਲੰਮਾ ਪੈ ਗਿਆ ਤੇ ਮੈਂ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾ ਮੈਨੂੰ ਸੰਭਾਲਦਾ ਹੈ। ਮੈਂ ਉਹਨਾਂ ਤਾੜਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਆਲੇ ਦੁਆਲੇ ਮੈਨੂੰ ਮੇਰੇ ਵਿਰੋਧੀ ਘੇਰਾ ਪਾ ਲਿਆ ਹੈ। Brother, sister, this was level 3 fear. ਇਹ ਦੇਖਦੇ ਆ ਕਿ ਲੈਵਲ 3 ਜਾਨੀ ਕਿ ਬਹੁਤ ਉੱਚਾ ਇਹ ਡਰ ਸੀਗਾ। This was terror. ਇਹ ਸੀਗਾ ਕਿ ਜਿਹੜੇ ਸਾਨੂੰ ਬਹੁਤ ਡਰਾਉਂਦਾ ਸੀ। His life was in danger. ਉਹਦਾ ਜੀਵਨ ਖਤਰੇ ਸੀ। But he said, I trust the Lord. I will not be afraid. The Lord is with me and he'll keep me and he'll sustain me. ਉਹਨੇ ਦਾਊਦ ਨੇ ਕਿਹਾ ਕਿ ਹਾਂ ਕਿ ਮੈਂ ਨਹੀਂ ਡਰਾਂਗਾ, ਪਰਮੇਸ਼ਰ ਮੇਰੇ ਨਾਲ ਹੈਗਾ, ਉਹ ਮੈਨੂੰ ਸੰਭਾਲ ਕੇ ਰੱਖੂਗਾ, ਇਸ ਕਾਰਨ ਮੈਂ ਆਪਣੇ ਡਰ ਦੇ ਉੱਤੇ ਜਿੱਤ ਪਾਵਾਂਗਾ ਕਿਉਂਕਿ ਪਰਮੇਸ਼ਰ ਮੇਰੇ ਨਾਲ ਹੈ। ਜ਼ਬੂਰ 66। Again, David is in trouble as he was most of the time. ਦਾਊਦ ਹੁਣ ਫਿਰ ਉਹ ਖਤਰੇ ਸੀਗਾ ਜਿਸ ਤਰ੍ਹਾਂ ਹਰ ਵੇਲੇ ਖਤਰੇ 'ਚ ਰਹਿੰਦਾ ਸੀ। The Philistines, they capture him. ਫਿਲਿਸਤੀਆਂ ਨੇ ਉਹਨੂੰ ਫੜ ਲਿਆ ਸੀ। But what does he do in his fears? ਉਹਨੇ ਆਪਣੇ ਡਰ ਦੇ ਵਿੱਚ ਕੀ ਕੀਤਾ? Verse 3 and 4. 3 ਤੇ 4, Whenever I am afraid, I will trust you. In God, I will praise his word. In God, I put my trust. I will not fear. What can flesh do to me? ਤੀਸਰੀ ਚੌਥੀ ਆਇਤ 66 ਜ਼ਬੂਰ, ਪਰਮੇਸ਼ਰ ਨੂੰ ਆਖੋ, ਵਾਹ ਤੇਰੇ ਕੰਮ ਵੱਡੇ ਡਰਾਉਣੇ ਹਨ, ਕਿੱਡੇ ਡਰਾਉਣੇ ਹਨ, ਤੇਰੀ ਮਹਾ ਸਮਰਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ। And verse 11, 11ਵੀਂ in ਆਇਤ, God I have put my trust. I will not be afraid. What can man do to me? ਮੈਂ ਆਪਣਾ ਸਾਰਾ ਭਰੋਸਾ ਪਰਮੇਸ਼ਰ ਤੇ ਰੱਖਾਂਗਾ, ਮਨੁੱਖ ਮੇਰੇ ਨਾਲ ਕੀ ਕਰ ਸਕਦਾ। He trusts in God. ਉਹਨੇ ਪਰਮੇਸ਼ਰ ਤੇ ਭਰੋਸਾ ਰੱਖਿਆ ਹੈ। He knew God. ਉਹ ਪਰਮੇਸ਼ਰ ਨੂੰ ਜਾਣਦਾ ਸੀ। God was not alienated from his. God was with him. ਪਰਮੇਸ਼ਰ ਇਹ ਨਹੀਂ ਸੀ ਕਿ ਦਾਊਦ ਪਰਮੇਸ਼ਰ ਤੋਂ ਬਹੁਤ ਦੂਰ ਕੀਤਾ ਗਿਆ ਹੈਗਾ, ਕੱਢਿਆ ਗਿਆ ਹੈਗਾ, ਪਰ ਉਹ ਜਾਣਦਾ ਸੀਗਾ ਪਰਮੇਸ਼ਰ ਮੇਰੇ ਨਾਲ ਹੈਗਾ, ਮੇਰੇ ਆਲੇ ਦੁਆਲੇ ਹੈ। The Psalms again, Psalm 27. 27 ਜ਼ਬੂਰ Verse 1, a very helpful verse to memorize. 27 ਇਹ ਕਿਹਾ, ਇਸ ਆਇਤ ਨੂੰ ਜ਼ਰੂਰ ਯਾਦ If ਕਰੋ। you suffer with fear, ਉਹ ਜਿਸ ਵੇਲੇ ਜੇ ਤੁਸੀਂ ਡਰਦੇ ਹੈਗੇ ਆ, the Lord is my light and my salvation. Whom shall I fear? The Lord is the strength of my life. Of whom shall I be afraid? 27 ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ। Psalm 23, familiar to us. ਜ਼ਬੂਰ 23 ਉਹ ਸਾਰੇ ਅਸੀਂ Verse 4, ਜਾਣਦੇ ਹਾਂ। even though I go through the valley of the shadow of death, I will not fear. ਮੈਂ ਤੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਮੈਂ ਤੇਰੇ ਸਿਰ ਉੱਤੇ ਮੈਂ ਨਹੀਂ ਆਪਣੇ ਬੈਰੀਆਂ ਤੋਂ ਡਰਾਂਗਾ, Why ਤੂੰ won't ਮੇਰੇ he ਨਾਲ fear? ਹੈ। He says, because you are with me. ਮੈਂ ਕਿਉਂ ਡਰਾਂ, ਕਿਉਂ ਜੋ ਤੂੰ ਮੇਰੇ ਨਾਲ ਹੈ। The shepherd is with me. What is there to fear? ਜਿਹੜਾ ਚਰਵਾਹਾ ਉਹ ਮੇਰੇ ਨਾਲ ਹੈ, ਤਾਂ ਫਿਰ ਕਿਸ ਚੀਜ਼ ਤੋਂ ਮੈਂ ਡਰਾਂ। Isaiah chapter 41 verse 10. ਯਸ਼ਾਇਆ 41:1, God here is speaking to Israel. ਇਜ਼ਰਾਈਲ ਦੇ ਨਾਲ ਪਰਮੇਸ਼ਰ ਗੱਲ And ਕਰ they ਰਿਹਾ had ਸੀਗਾ। fears about the future. ਆਉਣ ਵਾਲਾ ਸਮਾਂ ਦੇ ਤੋਂ ਉਹ ਡਰਦੇ ਸੀ। What does God say? ਪਰਮੇਸ਼ਰ ਕੀ Verse ਕਹਿੰਦਾ? 10, fear not. Why? For I am with you. ਤੁਸੀਂ ਨਾ ਡਰੋ, ਨਾ ਘਬਰਾਓ, ਕਿਉਂਕਿ ਮੈਂ ਤੁਹਾਡੇ ਨਾਲ ਹਾਂ। Israel, what is there to fear? I am with you. ਹੇ ਇਜ਼ਰਾਈਲੀਓ, ਕਿਉਂ ਤੁਸੀਂ ਡਰਦੇ ਆ, ਮੈਂ ਜੋ ਤੁਹਾਡੇ ਨਾਲ ਹਾਂ। Be not dismayed, for I am your God. ਤੁਸੀਂ ਨਾ ਘਬਰਾਓ, ਮੈਂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਹਾਂ। Listen, there's no one greater than me. ਤੋ ਇਹ ਵੀ ਸੁਣੋ, ਖਿਆਲ ਰੱਖੋ, ਮੇਰੇ ਤੋਂ ਕੋਈ ਵੱਡਾ ਹੋਰ ਹੈ There's ਵੀ no ਨਹੀਂ। one more powerful than me. ਮੇਰੇ ਨਾਲ ਹੋਰ ਕੋਈ ਸ਼ਕਤੀਸ਼ਾਲੀ ਨਹੀਂ ਹੈ। That all-powerful God is with us. ਇਹ ਜਿਹੜਾ ਸਰਵ ਸ਼ਕਤੀਸ਼ਾਲੀ ਪਰਮੇਸ਼ਰ ਹੈਗਾ, ਸਰਵ ਸ਼ਕਤੀਮਾਨ ਪਰਮੇਸ਼ਰ ਆ, ਉਹ ਸਾਡੇ ਨਾਲ ਹੈ। And if he's with us, what is there to fear? The greatest, most powerful being in the world is with us. ਜੇ ਪਰਮੇਸ਼ਰ ਸਾਡੇ ਨਾਲ ਹੈ, ਜਿਹੜਾ ਸਰਵ ਸ਼ਕਤੀਮਾਨ ਹੈ, ਜੇ ਸਾਡੇ ਨਾਲ ਉਹ ਹੈ, ਫਿਰ ਸਾਨੂੰ ਕਿਸ ਚੀਜ਼ ਦੀ ਡਰ ਹੈ। And he goes on to say, I will strengthen you. Yes, I'll help you. I'll uphold you with my righteous right hand. ਹਾਂ ਕਿ ਪਰਮੇਸ਼ਰ ਕਹਿੰਦਾ ਕਿ ਹਾਂ ਕਿ ਮੈਂ ਤੈਨੂੰ ਸੰਭਾਲ ਕੇ ਰੱਖੂੰਗਾ, ਮੇਰਾ ਜਿਹੜਾ ਸੱਜਾ ਧਾਰਮਿਕ ਦਾ ਹੱਥ ਹੈਗਾ, ਉਹ ਤੈਨੂੰ ਸੰਭਾਲ ਕੇ ਰੱਖੂ। 2 Kings chapter 6 verse 16.
ਦੂਸਰਾ ਰਾਜਾ 6 You know the incident. Elisha's servant is afraid because Elisha's enemies had surrounded him. ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਇਲਾਸ਼ਾ ਦੇ ਦੁਸ਼ਮਣ ਜਿਹੜੇ ਸੀ ਉਹਨਾਂ ਨੇ ਆ ਕੇ ਘੇਰਾ ਪਾਇਆ ਹੋਇਆ ਸੀ And Elisha prayed, God open his eyes. ਇਲਾਸ਼ਾ ਨੇ ਪ੍ਰਾਰਥਨਾ ਕੀਤੀ ਹੈ ਪਰਮੇਸ਼ਰ ਇਹਦੀਆਂ ਅੱਖਾਂ ਖੋਲ And he saw mountains filled with horses and chariots of fire. ਫਿਰ ਇਸ ਕੀ ਦੇਖਦੇ ਆ ਕਿ ਉਹਦੀਆਂ ਅੱਖਾਂ ਜਿਸ ਵੇਲੇ ਖੋਲੀਆਂ ਉਹਨੇ ਜਿਹੜੇ ਰੱਥ ਸੀਗੇ ਅਗਨੀ ਰੱਥ ਸੀਗੇ ਘੋੜਿਆਂ ਦੇ ਉੱਤੇ ਸਵਾਰ ਸੀ ਫੌਜ ਸੀ ਉਹਨਾਂ ਨੇ ਕਿ ਦੁਸ਼ਮਣਾਂ ਨੂੰ ਘੇਰਾ The ਪਾਇਆ whole of heaven was with Elisha. ਇਲਾਸ਼ਾ ਦੇ ਨਾਲ ਸਾਰੇ ਦਾ ਸਾਰਾ ਸਵਰਗ ਉਸ ਵੇਲੇ ਸੀ And it, do not fear, ਨਾ ਡਰ for those who are with us are more than those who are against us. ਜਿਹੜੇ ਸਾਡੇ ਵੱਲ ਹਨ ਉਹਨਾਂ ਨਾਲੋਂ ਜ਼ਿਆਦੇ ਹਨ ਜਿਹੜੇ ਸਾਡੇ ਵਿਰੁੱਧ ਹਨ That's it, isn't it? Do not fear. ਇਹੀ ਗੱਲ ਹੈਗੀ ਆ ਕਿ ਨਾ ਡਰੋ Where's our faith? ਸਾਡਾ ਵਿਸ਼ਵਾਸ ਕਿੱਥੇ ਹੈ Our imagined fears ਉਹ ਜਿਹੜਾ ਕਿ ਅਸੀਂ ਐਵੇਂ ਸੋਚ ਲੈਂਦੇ ਹਾਂ ਕਿ ਇਸ ਚੀਜ਼ ਦਾ ਡਰ that keep us from obeying God. ਪਰਮੇਸ਼ਵਰ ਦੀ ਇੱਕ ਸੇਵਾ ਤੋਂ ਸਾਨੂੰ ਰੋਕ ਕੇ ਰੱਖਦਾ Remember, there are more with us than those who are against us. ਇਹ ਵੀ ਯਾਦ ਰੱਖੋ ਜਿਹੜੇ ਸਾਡੇ ਵੱਲ ਹਨ ਉਹਨਾਂ ਨਾਲੋਂ ਜ਼ਿਆਦਾ ਹਨ ਜਿਹੜੇ ਸਾਡੇ ਖਿਲਾਫ ਹਨ 1 John chapter 4 verse 18, what we read earlier. ਜਿਹੜੀ ਪਹਿਲਾਂ ਅਸੀਂ ਪੜਿਆ ਸੀਗਾ 1:4-18 ਪਹਿਲਾ There ਜਮਨਾ is no fear in love, for perfect love casts out fear. ਪਿਆਰ ਦੇ ਵਿੱਚ ਕੋਈ ਡਰ ਨਹੀਂ ਹੈ ਸੰਪੂਰਨ ਪਿਆਰ ਜੋ ਹੈ ਡਰ ਉੱਤੇ ਜਿੱਤ ਪਾਉਂਦਾ Fear is there because we're condemned to hell. ਡਰ ਇਸ ਕਰਕੇ ਆਉਂਦਾ ਹੈਗਾ ਕਿਉਂਕਿ ਸਾਡੇ ਉੱਤੇ ਸਜ਼ਾ ਹੈਗੀ ਨਰਕ ਦੀ But because God loves us ਕਿਉਂ ਜੋ and He saved us, that fear of hell is gone. ਕਿਉਂ ਜੋ ਪਰਮੇਸ਼ਰ ਸਾਡੇ ਨਾਲ ਪਿਆਰ ਕਰਦਾ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖਦਾ ਇਸ ਕਰਕੇ ਇਹ ਜਿਹੜਾ ਡਰ ਹੈ ਉਹ ਸਾਡੇ ਤੋਂ ਦੂਰ ਕੀਤਾ ਗਿਆ There's nothing to fear. ਤੇ ਫਿਰ ਕੋਈ ਵੀ ਚੀਜ਼ ਨਹੀਂ ਹੈ ਜਿਸ ਤੋਂ ਸਾਨੂੰ ਡਰ ਹੋਣਾ ਚਾਹੀਦਾ Brother, sister, do we have fears? ਭੈਣੇ ਤੋਂ ਭਰਾਵੋ ਕੀ ਸਾਡੇ ਜੀਵਨ 'ਚ ਡਰ ਹੈਗੇ Are we running away from things that we should be facing? The Lord is challenging us to face. ਕੀ ਅਸੀਂ ਉਸ ਡਰ ਤੋਂ ਜੋ ਕੰਮ ਸਾਨੂੰ ਪਰਮੇਸ਼ਰ ਨੇ ਦਿੱਤਾ ਹੈਗਾ ਆ ਡਰ ਦੇ ਕਾਰਨ ਅਸੀਂ ਉਹ ਕਰਨ ਤੋਂ ਨੱਠਦੇ ਹੈਗੇ ਆ ਜਾਂ ਕਿ ਅਸੀਂ ਉਹ ਡਰ ਦੇ ਕਾਰਨ ਪ੍ਰਭੂ ਦੀ ਸੇਵਾ 'ਚ ਅਸੀਂ ਸਾਹਮਣਾ ਕਰਦੇ ਹਾਂ There's fear and trembling. ਇਹ ਹੈ ਕਿ ਹਾਂ ਕਿ ਪੈਰ ਰੱਖਦੇ ਹੋਏ ਡਰਦੇ ਹੋਏ ਕੰਬਦੇ ਹੋਏ Our heart is pounding. We don't want to face this thing. ਤੇ ਸਾਡੇ ਦਿਲ ਜਿਹੜੇ ਹੈਗੇ ਧੜਕਣ ਲੱਗ ਪੈਂਦੇ ਆ ਕਿ ਆਹ ਜਿਹੜਾ ਖਤਰਾ ਹੈਗਾ ਇਹ ਡਰ ਜਿਹੜਾ ਹੈਗਾ ਅਸੀਂ ਇਹਦਾ ਸਾਹਮਣਾ ਨਹੀਂ That ਕਰਨਾ should not stop us from facing it. ਤੇ ਇਹ ਸਾਨੂੰ ਰੋਕੇ ਨਾ ਕਿ ਜਿਹੜਾ ਅਸੀਂ ਸਾਹਮਣਾ ਕਰਨਾ ਉਹ ਅਸੀਂ ਕਰ ਸਕੀਏ Paul said to the Corinthians, I came to you in fear and trembling. ਪੌਲੁਸ ਕਹਿੰਦਾ ਕੋਰਿੰਥੀਆਂ ਦੇ ਲੋਕਾਂ ਨੂੰ ਕਿ ਮੈਂ ਤੁਹਾਡੇ ਕੋਲ ਡਰਦਾ ਤੇ ਕੰਬਦਾ ਆਇਆ Fear and trembling was there, but he still preached, he still obeyed. ਤੇ ਪਰ ਫੇਰ ਵੀ ਉਹ ਡਰਦਾ ਹੋਇਆ ਕੰਬਦਾ ਹੋਇਆ ਉਹਨਾਂ ਦੇ ਕੋਲ ਗਿਆ ਤੇ ਜਾ ਕੇ ਪ੍ਰਚਾਰ ਕੀਤਾ Fear. ਡਰ We must not fear. ਤੁਸੀਂ ਨਾ ਡਰੋ We need to trust God. ਜ਼ਰੂਰ ਹੈ ਕਿ ਪਰਮੇਸ਼ਰ ਤੇ ਭਰੋਸਾ ਰੱਖੀਏ One of the most amazing sights you'll ever see is of an eagle flying. ਸਭ ਤੋਂ ਵੱਡਾ ਡਰ ਇਹ ਆ ਕਿ ਜਿਹੜਾ ਅਕਾਬ ਜਿਹੜਾ ਆ ਉਹ ਤੁਹਾਡੇ ਲਾਗੇ ਉੱਡਦਾ But do you know how some eagles learn to fly? ਤੁਸੀਂ ਜਾਣਦੇ ਆ ਕਿ ਜਿਹੜੇ ਅਕਾਬ ਹੈਗੇ ਕਿਸ ਤਰ੍ਹਾਂ ਉੱਡਣਾ ਜਾਣਦੇ ਆ There's one species of eagle ਇੱਕ ਹੈਗੀ ਜਿਹੜੀ ਇੱਕ ਅਕਾਬ ਹੈ that builds its nest on a high cliff. ਉਹ ਸਭ ਤੋਂ ਉੱਚੀ ਪਹਾੜੀ ਦੇ ਉੱਤੇ ਆਪਣਾ ਆਲਣਾ ਬਣਾਉਂਦਾ It lays eggs there. ਉੱਥੇ ਆਂਡੇ ਦਿੰਦਾ The mother feeds it. ਤੇ ਮਾਂ ਜਿਹੜੀ ਆ ਫਿਰ ਉਸ ਬੱਚਿਆਂ ਨੂੰ ਉਹ ਖਾਣਾ But the ਖਵਾਉਂਦੀ ਆ day comes when that chick needs to learn to fly. ਫਿਰ ਸਮਾਂ ਆਉਂਦਾ ਕਿ ਉਹ ਜਿਹੜੀ ਛੋਟਾ ਜਿਹਾ ਬੱਚਾ ਹੁੰਦਾ ਕਿ ਉਹਨੂੰ ਉੜਨੇ ਦੀ ਲੋੜ ਆ You know what the mother eagle does? ਤੁਸੀਂ ਜਾਣਦੇ ਕਿ ਅਕਾਬ ਕੀ ਕਰਦਾ ਉਸ Maybe ਵੇਲੇ you've seen it on nature programs. ਹੋ ਸਕਦਾ ਕਿ ਟੈਲੀਵਿਜ਼ਨ ਤੇ ਦੇਖਿਆ ਹੋਵੇ ਜਿਹੜੇ ਨੇਚਰ ਪ੍ਰੋਗਰਾਮ ਆਉਂਦੇ ਆ It pushes the chick out of the nest. ਅਕਾਬ ਕੀ ਕਰਦਾ ਉਸ ਆਲਣੇ ਦੇ ਵਿੱਚੋਂ ਆਪਣੇ ਬੱਚੇ ਨੂੰ ਬਾਹਰ ਸਿੱਟਦਾ ਤਾਂ ਕਿ ਉਹ ਉੜਨਾ ਸਿੱਖੇ And the chick goes tumbling down the cliff. ਪਹਿਲਾਂ ਤਾਂ ਉਹ ਪਹਾੜੀ ਦੇ ਵਿੱਚ ਉਹ ਉਲਟਦਾ ਫਿਰਦਾ ਡਿੱਗਦਾ ਫਿਰਦਾ Fearful, petrified, ਬਹੁਤ ਉਹ ਡਰਿਆ ਹੋਇਆ ਤੇ ਘਬਰਾਇਆ ਹੋਇਆ terrified. ਬਹੁਤ ਉਹ ਡਰਦਾ It'll die. ਉਹ ਮਰ ਜਾਣਾ But then, ਫਿਰ ਕੀ ਹੁੰਦਾ instinctively, ਫਿਰ ਕੀ ਜਿਹੜਾ ਕਿ ਉਹਦੇ ਅੰਦਰ ਹੈਗਾ ਕਿ ਹਾਂ ਕਿ ਕੀ ਕਰਦਾ ਉਹ spreads out its wings. ਫਿਰ ਉਹ ਆਪਣੇ ਜਿਹੜੇ ਖੰਭ ਹੈਗੇ ਆ ਉਹ ਉਹਨਾਂ ਨੂੰ ਖੋਲਦਾ And it launches out and it soars into the sky. ਜਿਸ ਵੇਲੇ ਉਹ ਆਪਣੇ ਖੰਭ ਖੋਲਦਾ ਤੇ ਫਿਰ ਉਹ ਆਪਣੇ ਖੰਭਾਂ ਨੂੰ ਇਸਤੇਮਾਲ ਕਰਦਾ ਤੇ ਫਿਰ ਉੜਨ ਲੱਗ ਪੈਂਦਾ And it learns to fly. ਫਿਰ ਉਹ ਉੱਡਣਾ ਸਿੱਖ ਲੈਂਦਾ When we are faced with fears and we're terrified, ਜਿਸ ਵੇਲੇ ਸਾਨੂੰ ਡਰ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤਾਂ ਅਸੀਂ ਬਹੁਤ ਹੀ ਡਰ ਜਾਂਦੇ ਹਾਂ and we called upon God to face those fears, ਤੇ ਉਹ ਜਿਹੜਾ ਡਰ ਹੈਗਾ ਆ ਫਿਰ ਅਸੀਂ ਪਰਮੇਸ਼ਰ ਦੇ ਅੱਗੇ ਲਿਆਈਏ and we feel we're tumbling down the cliff, ਹਾਂ ਜ਼ਰੂਰ ਹੈ ਕਿ ਜਿਸ ਵੇਲੇ ਪਰਮੇਸ਼ਰ ਸਾਨੂੰ ਥੱਲੇ ਸਿੱਟਦਾ ਹੈਗਾ ਕਿ ਹਾਂ ਕਿ ਸਾਹਮਣਾ ਕਰੋ ਫਿਰ ਅਸੀਂ ਉਲਟਦੇ ਡਿੱਗਦੇ ਜਾਂਦੇ ਹਾਂ spread your wings out. ਫਿਰ ਅਸੀਂ ਕੀ ਕਰਦੇ ਹਾਂ ਫਿਰ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਜਿਹੜੇ ਖੰਭ ਅਸੀਂ ਖੋਲ ਲਈਏ
trust God. ਉਸ ਵੇਲੇ ਜਿਸ ਵੇਲੇ ਅਸੀਂ ਆਪਣੇ ਕੰਮ ਖੋਲਦੇ ਹਾਂ ਜਾਂ ਕਿਸੇ ਖਤਰਾ ਦੇ ਸਾਹਮਣਾ ਕਰਦੇ ਹਾਂ, ਪਰਮੇਸ਼ਰ ਦੇ ਉੱਤੇ ਅਸੀਂ ਭਰੋਸਾ ਕਰੀਏ, And He will help you ਉਹ ਤੁਹਾਡੀ ਪਰਮੇਸ਼ਰ ਤੁਹਾਡੀ ਮਦਦ ਕਰੇਗਾ to soar like an eagle and overcome your fears. ਕਾਬ ਦੀ ਤਰ੍ਹਾਂ ਆਪਣੇ ਬੱਚੇ ਨੂੰ ਜਿਸ ਵੇਲੇ ਉਹ ਸਿੱਟਦਾ ਤੇ ਉਹ ਵੀ ਡਰਦਾ, ਜਿਹੜਾ ਹੈਗਾ ਡਰ ਉਹਦਾ ਵੀ ਨਿਕਲ ਜਾਂਦਾ ਤੇ ਫਿਰ ਉਹ ਉੱਡਣਾ ਸਿੱਖ ਲੈਂਦਾ। Amen. ਆਮੇਨ। Thank you for listening to this message. For further information, visit www.emmanuelhansworth.org.uk.